ਸਤਨਾਮ ਵਾਹਿਗੁਰੂ ਸਾਹਿਬ ਜੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨ ਹੋਏ। ਪੋਥੀ ਪੁਰਾਣ ਕਮਾਈਐ, ਪਉ ਵੱਟੀ ਇਤ ਤਨ ਪਾਈਐ। ਸਚ ਬੂਝਣ ਆਣ ਜਲਾਈਐ, ਏ ਤੇਲ ਦੀਵਾ ਇਉ ਜਲੈ। ਕਰ ਚਾਨਣ ਸਾਹਿਬ ਤੋ ਮਿਲੈ, ਬੇਸੁਮਾਰ ਅਥਾਹ ਅਗਨਤ ਤੋਲੈ। ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰਾ ਜਹਾ ਗਿਆਨ ਤਹ ਧਰਮ ਹੈ, ਜਹਾ ਝੂਠ ਤਹ ਪਾਪ। ਜਹਾ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤ ਸੰਗਤ ਰੂਪ ਵਿੱਚ ਜੁੜ ਬੈਠਣ ਦਾ, ਸ਼ਬਦ ਦੀ ਸਾਧਨਾ ਕਰਨ ਦਾ, ਸਤਿਗੁਰੂ ਕੇ ਸ਼ਬਦ ਦੁਆਰਾ ਦੱਸੀ ਹੋਈ ਅਧਿਆਤਮਿਕ ਕਾਰ ਨੂੰ ਕਮਾਉਂਦਿਆਂ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਬੜੇ ਸੁਭਾਗਸ਼ਾਲੀ ਹਾਂ ਜੋ ਸਤਿਗੁਰੂ ਕੀ ਬਖਸ਼ਿਸ਼ ਨੂੰ ਗੁਰ ਹਜ਼ੂਰੀ ਵਿੱਚ ਬੈਠਦਿਆਂ ਹੋਇਆਂ ਕੀਰਤਨ ਰੂਪ ਦੁਆਰਾ ਮਾਨਣ ਦਾ ਯਤਨ ਕਰ ਰਹੇ ਸੀ ਜੀ। ਬੜੇ ਸੁਭਾਗਸ਼ਾਲੀ ਹੋ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰਕੇ ਗੁਰੂ ਕੀ ਗਿਆਨਮਈ ਬਖਸ਼ਿਸ਼ ਨੂੰ ਮਾਨਣ ਦਾ ਨਿਰਮਲ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਲੜੀਵਾਰ ਸਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਇਸ ਤੋਂ ਪਹਿਲੇ ਸਲੋਕ ਦੇ ਅੰਤਰਗਤ ਬਖਸ਼ਿਸ਼ ਕੀਤੀ ਸੀ ਕਿ ਜਦੋਂ ਮਨੁੱਖ ਨੂੰ ਗੁਰੂ ਸ਼ਬਦ ਦੁਆਰਾ
ਗੁਰੂ ਸ਼ਬਦ ਦੇ ਗਿਆਨ ਨਾਲ ਜੁੜਨ ਤੋਂ ਬਿਨਾਂ ਸੂਝ ਨਹੀਂ ਹੁੰਦੀ ਤਾਂ ਉਹ ਆਪਣੇ ਅਮੋਲਕ ਮਨੁੱਖਾ ਜੀਵਨ ਨੂੰ ਛੋਟੇ ਅਰਥਾਂ ਦੇ ਵਿੱਚ, ਸੀਮਤ ਅਰਥਾਂ ਦੇ ਵਿੱਚ ਜਿਉਂ ਕਿ ਇੱਕ ਨੁਕਤੇ ਤੋਂ ਅਸਫਲ ਜਿਹਾ ਰਹਿੰਦਾ ਹੈ। ਜਿਵੇਂ ਕਿਸੇ ਵਸਤੂ ਦੀ ਕੀਮਤ ਸਾਵੇਂ, ਜਿਵੇਂ ਸਾਨੂੰ ਸੋਨੇ ਆਦਿਕ ਦੀ ਕੀਮਤ ਪਤਾ ਹੋਵੇ ਅਤੇ ਉਹ ਪਤਾ ਹੋਵੇ ਕਿ ਇਸ ਜਗ੍ਹਾ ਜਾ ਕੇ ਉਹਦਾ ਇਤਨਾ ਪੂਰਾ ਮੁੱਲ ਮਿਲ ਸਕਦਾ ਹੈ, ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਸ ਨੂੰ ਮਨੁੱਖ ਕਿਸੇ ਦੂਜੀ ਥਾਂ 'ਤੇ ਬਹੁਤ ਘੱਟ ਰੇਟ ਦੇ ਵਿੱਚ ਵੇਚੇ ਤਾਂ ਉਸ ਮਨੁੱਖ ਨੂੰ ਅਣਜਾਣ ਕਿਹਾ ਜਾਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜਿਹੜੇ ਮਨੁੱਖ ਗੁਰੂ ਸ਼ਬਦ ਦੇ ਗਿਆਨ ਨਾਲ ਜੁੜ ਕੇ ਆਪਣੇ ਮਨੁੱਖਾ ਜਨਮ ਦੀ ਅਮੋਲਕਤਾ ਨੂੰ, ਆਪਣੇ ਜੀਵਨ ਦੀ ਦੁਰਲੱਭਤਾ ਨੂੰ ਅਤੇ ਆਪਣੇ ਜੀਵਨ ਦੇ ਉੱਚੇ ਮਨੋਰਥ ਨੂੰ ਨਹੀਂ ਪਛਾਣਦੇ ਹਨ, ਉਹਨਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਉਹ ਆਪਣੇ ਜੀਵਨ ਦੀ ਰਾਸ ਬਹੁਤ ਹੀ ਕੌਡੀਆਂ ਦੇ ਭਾਅ ਜਿਹੜੀ ਵੇਚ ਰਹੇ ਹਨ। ਭਾਵ ਕਿ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਮਨੁੱਖਾ ਜਨਮ ਦੀ ਸੰਭਾਲ ਦੇ ਨੁਕਤੇ ਤੋਂ ਚੇਤੰਨ ਕੀਤਾ ਸੀ। ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ, ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਭਗਤ ਕਬੀਰ ਸਾਹਿਬ ਜੀ ਅੱਜ ਦੇ ਸ਼ਲੋਕ ਵਿੱਚ 4 ਨੁਕਤਿਆਂ 'ਤੇ ਇੱਕ ਕੇਂਦਰਿਤ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਉਪਦੇਸ਼ ਭਾਵ ਆਪਣੇ ਆਪ ਦੇ ਵਿੱਚ ਬੜੇ ਗਹਿਰੇ ਭਾਵ ਰੱਖਣ ਵਾਲਾ ਹੈ। ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਜਹਾਂ ਗਿਆਨ। ਕੋਈ ਵੀ ਕਰਮ ਕਰੀਏ ਉਹਦਾ ਕੋਈ ਨਿਸ਼ਚਿਤ ਮਨੋਰਥ ਹੁੰਦਾ, ਉਹਦਾ ਕੋਈ ਨਿਸ਼ਚਿਤ ਫਲ ਹੁੰਦਾ, ਚਾਹੇ ਚੰਗਾ ਹੋਵੇ ਚਾਹੇ ਬੁਰਾ ਹੋਵੇ। ਤਾਂ ਭਗਤ ਕਬੀਰ ਸਾਹਿਬ ਜੀ ਅੱਜ ਸਾਨੂੰ 2 ਸੱਚ 'ਤੇ ਆਧਾਰਿਤ ਨੁਕਤੇ ਅਤੇ 2 ਕੂੜ ਦੇ ਆਧਾਰਿਤ ਜਿਹੜੇ ਨੁਕਤੇ ਹਨ, ਉਹਨਾਂ ਦੋਵਾਂ ਦਾ ਫਲ ਸਪਸ਼ਟ ਕਰਕੇ ਤੀਖਣ ਨੁਕਤੇ ਤੋਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੀਵਨ ਦੇ ਵਿੱਚ ਜੇ ਅਸੀਂ ਇਸ ਗੱਲ ਨੂੰ ਆਰੰਭ ਕਰਨ ਤੋਂ ਪਹਿਲਾਂ ਆਪਣੇ ਮਨੁੱਖੀ ਜੀਵਨ ਨੂੰ ਵਾਚੀਏ, ਜੀਵਨ ਦੇ ਵਿੱਚ ਜਿਤਨੀਆਂ ਮਨੁੱਖ ਸਾਰਾ ਦਿਨ ਕਿਰਿਆਵਾਂ ਕਰਦਾ ਹੈ, ਜਿਤਨੇ ਵੀ ਕਾਰਜਾਂ ਨੂੰ ਸ਼ੁਰੂ ਕਰਦਾ ਹੈ, ਪੂਰਿਆਂ ਕਰਦਾ ਹੈ, ਉਹਦੇ ਕੋਲ ਕੋਈ ਖਾਸ ਬੌਧਿਕ ਸਮਰੱਥਾ ਹੁੰਦੀ ਹੈ। ਉਸ ਬੌਧਿਕ ਸਮਰੱਥਾ ਦੇ ਅਨੁਸਾਰ ਉਹ ਵਿਵਹਾਰ ਕਰਦਾ ਹੈ ਅਤੇ ਉਹਦੇ ਕਾਰਜ ਠੀਕ ਢੰਗ ਦੇ ਨਾਲ ਪੂਰੇ ਹੁੰਦੇ ਹਨ। ਜਿਵੇਂ ਮਨੁੱਖ ਨੇ ਕਿਸੇ ਟ੍ਰੈਫਿਕ ਆਦਿਕ ਦੇ ਵਿੱਚ ਗੁਜ਼ਰਨਾ ਹੈ, ਆਪਣੇ ਵਹੀਕਲ 'ਤੇ ਹੈ, ਆਪਣੇ ਉਸ ਨੂੰ ਚਲਾਉਣ ਦਾ ਗਿਆਨ ਹੈ, ਟ੍ਰੈਫਿਕ ਨਿਯਮਾਂ ਦਾ ਗਿਆਨ ਹੈ, ਤਾਂ ਉਹ ਆਪਣੀ ਕਿਰਿਆ ਨੂੰ ਤਾਂ ਅੰਜਾਮ ਦੇ ਲੈਂਦਾ ਹੈ। ਅਗਰ ਦੋਵੇਂ ਪੱਖਾਂ ਦਾ ਗਿਆਨ ਨਾ ਹੋਵੇ ਤਾਂ ਉਹ ਪੂਰਾ ਨਹੀਂ ਹੋ ਸਕਦਾ। ਤਾਂ ਭਗਤ ਕਬੀਰ ਸਾਹਿਬ ਜੀ ਇਸ ਕਰਕੇ ਸਾਨੂੰ ਸਹਿਜੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਗਿਆਨ ਦੇ ਨੁਕਤੇ ਦਾ ਸਾਡੇ ਮਨੁੱਖੀ ਅਤੇ ਅਧਿਆਤਮਿਕ ਜੀਵਨ ਦੇ ਵਿੱਚ ਕਿੱਡਾ ਵੱਡਾ ਮਹੱਤਵ ਹੈ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਜਹਾਂ ਗਿਆਨ ਤਹ ਧਰਮ ਹੈ। ਸਭ ਤੋਂ ਪਹਿਲਾਂ ਗਿਆਨ ਸ਼ਬਦ ਨੂੰ ਵਾਚਣਾ ਜ਼ਰੂਰੀ ਹੈ। ਗਿਆਨ ਸ਼ਬਦ ਸੰਸਕ੍ਰਿਤ ਦੇ ਗਿਓ ਧਾਤੂ ਤੋਂ ਬਣਦਾ ਹੈ, ਜਿਸ ਦਾ ਅਰਥ ਹੁੰਦਾ ਸਭ ਤੋਂ ਪਹਿਲਾਂ ਦੇਖਣਾ, ਦੇਖ ਕੇ ਬੋਧ ਕਰਨਾ। ਉਹਦਾ ਬੋਧ ਦਾ ਮਤਲਬ ਉਹ ਹੈ ਕਿ ਉਸ ਤੋਂ ਬਾਅਦ ਉਹਦੇ ਅਸਲ ਸਰੂਪ ਨੂੰ ਬੁੱਝਣਾ, ਕਿ ਜਿੰਨਾ ਉਹਦਾ ਸਾਡੀ ਦ੍ਰਿਸ਼ਟੀ ਅਨੁਸਾਰ ਅੱਖ ਦੇ ਨਾਲ ਨਜ਼ਰ ਆ ਰਿਹਾ ਹੈ, ਜਿੰਨਾ ਉਹਦੇ ਬਾਰੇ ਕਿਹਾ ਜਾ ਰਿਹਾ, ਇੰਨਾ ਤਾਂ ਇਹਦਾ ਪਹਿਲਾ ਪ੍ਰਥਮ ਪੱਧਰ ਦਾ ਗਿਆਨ, ਇਹਦੇ ਬਾਰੇ ਜਾਣ ਰਹੇ ਹਾਂ। ਪਰ ਉਸ ਤੋਂ ਇਲਾਵਾ ਬੁੱਝਣਾ ਉਹਦੇ ਅੰਤਰੀਵ ਦੇ ਵਿੱਚ ਕੀ ਸਮਰੱਥਾ ਪਈ ਹੈ। ਜਿਵੇਂ ਕੁਦਰਤੀ ਤੌਰ 'ਤੇ ਬਾਦਾਮ ਵਰਗਾ ਫਲ ਹੈ, ਬਾਹਰੀ ਰੂਪ ਤਾਂ ਇਹੀ ਬੋਧ ਪੈਦਾ ਕਰੇਗਾ ਕਿ ਸਖਤ ਹੈ ਜਾਂ ਕੋਈ ਸਖਤ ਧਾਤ ਹੈ, ਪਰ ਜਦੋਂ ਬੁੱਝਣ ਦੇ ਨੁਕਤੇ ਤੋਂ ਉਹਨੂੰ ਤੋੜਾਂਗੇ ਤਾਂ ਉਹਦੇ ਵਿੱਚੋਂ ਫਲ ਪ੍ਰਾਪਤ ਹੋਏਗਾ ਜੋ ਪੌਸ਼ਟਿਕ ਹੈ, ਕਈ ਨੁਕਤਿਆਂ ਤੋਂ ਮਹੱਤਵਪੂਰਨ ਹੈ। ਇਸ ਕਰਕੇ ਗਿਆਨ ਦੀ ਪਹਿਲੀ ਸਾਧਨ ਹੈ ਕਿ ਕਿਸੇ ਵਸਤੂ ਦਾ, ਕਿਸੇ ਵਰਤਾਰੇ ਦਾ ਜਿਹੜਾ ਹੈ ਦੇਖ ਕੇ, ਜਾਣ ਕੇ ਬੋਧ ਪੈਦਾ ਹੋਣਾ, ਬੋਧ ਦਾ ਭਾਵ ਪਤਾ ਲੱਗਣਾ। ਉਸ ਤੋਂ ਬਾਅਦ ਉਹਨੂੰ ਬੁੱਝਣ ਦੇ ਲਈ ਜਿਹੜੀ ਸਾਨੂੰ ਬੁੱਧੀ ਦੀ ਸਮਰੱਥਾ ਮਿਲੀ ਹੈ, ਇਸ ਨੂੰ ਉਹਦੇ ਪ੍ਰਯੋਜਨ ਦੇ ਲਈ ਲਗਾਉਣਾ ਕਿ ਉਹਦਾ ਅਸਲ ਕੀ ਹੈ, ਪਦਾਰਥ ਦਾ ਅਸਲ ਕੀ ਹੈ। ਜੋ ਬਾਹਰੀ ਜਿੰਨਾ ਕੁ ਮੈਨੂੰ ਨਜ਼ਰ ਆ ਗਿਆ ਜਾਂ ਜਿੰਨਾ ਕਿਸੇ ਦੁਆਰਾ ਜਾਣ ਲਿਆ, ਇਤਨਾ ਹੀ ਹੈ ਜਾਂ ਇਸ ਤੋਂ ਅੱਗੇ ਵੀ ਕੀ ਹੈ। ਗਿਆਨ ਦੀ ਅਗਲੀ ਜਿਹੜੀ ਸਾਧਨ ਹੈ ਉਹ ਬੁੱਝਣ 'ਤੇ ਸਾਨੂੰ ਜ਼ੋਰ ਦਿੰਦੀ ਹੈ ਕਿ ਬੁੱਝਣ ਦੇ ਲਈ ਮਨੁੱਖ ਨੂੰ ਯਤਨ ਕਰਨਾ ਚਾਹੀਦਾ ਹੈ।
ਫਿਰ ਜਦੋਂ ਮਨੁੱਖ ਬੁੱਝਦਾ ਹੈ ਉਦੋਂ ਉਹਦੇ ਸਾਹਮਣੇ ਚੀਜ਼ਾਂ ਦੇ ਨਵੇਂ ਭੇਦ ਖੁੱਲ੍ਹਦੇ ਨੇ ਅਤੇ ਉਹਦਾ ਗਿਆਨ ਤੀਖਣ ਹੁੰਦਾ ਹੈ। ਉਹਦੇ ਗਿਆਨ ਦੇ ਬੜੇ ਪੱਖ ਨਿਕਲਦੇ ਹਨ। ਇਸ ਕਰਕੇ ਦੂਜਾ ਪੱਖ ਹੈ ਬੁੱਝਣਾ। ਤੀਜਾ ਪੱਖ ਗਿਆਨ ਦੀ ਸਾਧਨਾ ਦਾ ਹੈ ਉਸ ਦੇ ਅਨੁਭਵ ਨੂੰ ਗ੍ਰਹਿਣ ਕਰਨਾ। ਜਿਵੇਂ ਕਿਸੇ ਦਾ ਦੁੱਖ ਦੇਖਿਆ ਹੈ, ਡਾਕਟਰ ਨੇ ਦੁੱਖ ਦੇਖਿਆ ਹੈ, ਨਾਲ ਹੀ ਉਹਨੇ ਆਪਣੀ ਵਿੱਦਿਆ ਦੁਆਰਾ ਉਸ ਰੋਗ ਦੀ ਮਰਮ ਨੂੰ ਬੁੱਝ ਵੀ ਲਿਆ ਹੈ ਕਿ ਕਿੰਨਾ ਘਾਤਕ ਹੈ ਰੋਗ, ਪਰ ਉਸ ਰੋਗ ਦੀ ਸਾਰੀ ਪੀੜ ਨੂੰ ਵੀ ਅਨੁਭਵ ਕਰ ਲੈਣਾ, ਇਹ ਗਿਆਨ ਦੀ ਤਿੰਨਾਂ ਪੱਖਾਂ ਦੀ ਸਾਧਨਾ ਹੁੰਦੀ ਹੈ। ਇਹਨੂੰ ਕਹਿੰਦੇ ਗੇਯ, ਗਿਆਤਾ ਅਤੇ ਗੇਯਮ। ਇਹ ਤਿੰਨ ਪੱਖ ਨੇ ਵਿਆਕਰਣਕ ਨੁਕਤੇ ਤੋਂ। ਤਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਜਹਾਂ ਗਿਆਨ। ਹੁਣ ਅਸੀਂ ਬਹੁਤੀ ਵਾਰੀ ਜਿਹੜੇ ਸਾਡੇ ਕੋਲ ਗਿਆਨ ਦੇ ਅਰਥ ਨੇ ਉਹ ਪੱਛਮ ਦੇ ਹਨ। ਪੱਛਮ ਨੂੰ ਪੁੱਛਿਆ ਜਾਵੇ, ਪੱਛਮ ਦਾ ਭਾਵ ਵੈਸਟ ਕੰਟਰੀਆਂ ਜਿਨ੍ਹਾਂ ਦੇ ਵਿੱਚ ਫਿਲਾਸਫੀ ਸਾਇੰਸ ਦੀ ਬੜੀ ਵੱਡੀ ਗੱਲ ਚੱਲਦੀ ਹੈ, ਉਹਨਾਂ ਕੋਲੋਂ ਗਿਆਨ ਦਾ ਅਰਥ ਹੈ ਨੌਲੇਜ, ਜਾਣਕਾਰੀ। ਕਿਸੇ ਚੀਜ਼ ਬਾਰੇ ਤੁਹਾਨੂੰ ਪਤਾ ਲੱਗ ਜਾਣਾ ਉਹ ਕੀ ਹੈ, ਕਿਵੇਂ ਦੀ ਹੈ, ਉਹਨਾਂ ਕੋਲੋਂ ਗਿਆਨ ਦਾ ਇੱਕੋ ਹੀ ਅਰਥ ਹੈ ਜਾਣਕਾਰੀ। ਪਰ ਜਿਹੜੀ ਸਾਡੀ ਭਾਰਤੀ ਜਾਂ ਗੁਰਮਤਿ ਦੀ ਗਿਆਨ ਪਰੰਪਰਾ ਹੈ, ਇਹਦੇ ਅਰਥ ਬੜੇ ਵਿਸ਼ਾਲ ਹਨ। ਇਹਦਾ ਭਾਵ ਹੈ ਕਿ ਵਸਤੂ ਦਾ ਸਮੁੱਚਾ ਅਨੁਭਵ ਗ੍ਰਹਿਣ ਕਰ ਲੈਣਾ, ਇਹ ਗਿਆਨ ਦੀ ਸਾਧਨਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਗਿਆਨ। ਹੁਣ ਜੇ ਮਨੁੱਖੀ ਜੀਵਨ ਗਿਆਨ ਤੋਂ ਬਿਨਾਂ ਨਹੀਂ ਚੱਲ ਸਕਦਾ ਤਾਂ ਅਧਿਆਤਮਿਕ ਜੀਵਨ 'ਚ ਵੀ ਫਿਰ ਇਹਦੀ ਗਿਆਨ ਦੀ ਬੜੀ ਵੱਡੀ ਮਹੱਤਤਾ ਹੋਏਗੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਗਿਆਨ ਤਹ ਧਰਮ ਹੈ। ਅਸਲ 'ਚ ਧਰਮ ਉੱਥੇ ਹੀ ਹੋ ਸਕਦਾ ਹੈ ਜਿੱਥੇ ਮਨੁੱਖ ਦੇ ਕੋਲੋਂ ਧਰਮ ਦੇ ਅਨੁਭਵ ਨੂੰ ਬੁੱਝਣ ਲਈ, ਜਾਣਨ ਲਈ ਅਤੇ ਗ੍ਰਹਿਣ ਕਰਨ ਦੇ ਲਈ ਉਚਿਤ ਗਿਆਨ ਹੈ। ਹੁਣ ਗਿਆਨ ਦੇ ਉੱਪਰ ਗੁਰੂ ਸਾਹਿਬ ਜੀ ਨੇ ਐਸਾ ਕਿਉਂ ਕਿਹਾ, ਇਹਦਾ ਵੀ ਇੱਕ ਨੁਕਤਾ ਨਿਗਾਹ ਹੈ। ਦਰਅਸਲ ਕੀ ਹੈ ਕਿ ਜਿਤਨੀ ਵੀ ਅਸੀਂ ਅਧਿਆਤਮਿਕ ਜਗਤ ਦਾ ਵਰਤਾਰਾ ਹੈ ਤਾਂ ਭਾਵੇਂ ਉਹ ਸਾਧਨਾ ਹੀ, ਕਿ ਸਾਧਨਾ ਕਰਨ ਦੇ ਲਈ ਉਹਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਪਰ ਜੇ ਸਾਧਨਾ ਦਾ ਪਹਿਲਾ ਰੂਪ ਨਹੀਂ ਮਨੁੱਖ ਨੂੰ ਸਮਝ ਆਏਗਾ ਅਤੇ ਉਹ ਸਾਧਨਾ ਬਿਨਾਂ ਗਿਆਨ ਤੋਂ ਕਰਨ ਵੀ ਲੱਗ ਪਏਗਾ ਅਤੇ ਉਹਨੂੰ ਬਹੁਤਾ ਦੀਰਘ ਫਲ ਨਹੀਂ ਪ੍ਰਾਪਤ ਹੋਏਗਾ। ਇਸ ਕਰਕੇ ਗੁਰਬਾਣੀ 'ਚ ਵਾਕ ਆਉਂਦਾ ਨਾ, ਆਸਾ ਦੀ ਵਾਰ 'ਚ ਰੋਜ਼ਾਨਾ ਪੜ੍ਹਦੇ ਹਾਂ ਕਿ ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਕਿ ਜਿੰਨਾ ਚਿਰ ਅਸੀਂ ਗਿਆਨ ਦੀ ਸਮਰੱਥਾ ਨੂੰ ਨਹੀਂ ਧਾਰਨ ਕਰਦੇ, ਸਾਡੇ ਕਰਮ ਨਹੀਂ ਰੌਸ਼ਨ ਹੋ ਸਕਦੇ। ਤਾਂ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਗਿਆਨ ਤਹ ਧਰਮ ਹੈ। ਹੁਣ ਇੱਥੋਂ ਇਤਨਾ ਕੁਛ ਸਪਸ਼ਟ ਹੋ ਗਿਆ ਕਿ ਮਨੁੱਖ ਜਦੋਂ ਕਿਸੇ ਵਰਤਾਰੇ ਨੂੰ ਜਾਣਦਾ ਹੈ, ਫਿਰ ਆਪਣੀ ਬੌਧਿਕ ਸਮਰੱਥਾ ਦੇ ਨਾਲ ਬੁੱਝਣ ਦਾ ਯਤਨ ਕਰਦਾ ਹੈ, ਫਿਰ ਸਾਧਨਾ ਕਰ ਕਰਕੇ ਉਹਦੇ ਅਨੁਭਵ ਨੂੰ ਕਮਾਉਂਦਾ ਹੈ ਅਤੇ ਫਿਰ ਉਹ ਗਿਆਨ ਦੇ ਸਹਿਤ ਹੁੰਦਾ ਹੈ। ਹੁਣ ਨੁਕਤਾ ਭਗਤ ਕਬੀਰ ਸਾਹਿਬ ਜੀ ਨੇ ਜੋੜਿਆ ਤਹ ਧਰਮ ਹੈ। ਹੁਣ ਮਨੁੱਖ ਕਹੇਗਾ ਕਿ ਇਹ ਗੱਲ ਕਿਵੇਂ ਸੰਭਵ ਹੈ ਕਿ ਗਿਆਨ ਤੋਂ ਬਿਨਾਂ ਧਰਮੀ ਨਹੀਂ ਹੋਇਆ ਜਾ ਸਕਦਾ। ਇਹਦਾ ਭਾਵ ਮੈਂ ਆਪ ਜੀ ਦੇ ਸਨਮੁਖ 4 ਨੁਕਤਿਆਂ ਦੇ ਨਾਲ ਸਪਸ਼ਟ ਕਰਨ ਦਾ ਯਤਨ ਕਰਾਂਗਾ। ਸਭ ਤੋਂ ਪਹਿਲਾਂ ਅਸੀਂ ਜਿਹੜੇ, ਕਿਉਂਕਿ ਅਧਿਆਤਮਿਕ ਜਗਤ ਦੀ ਗੱਲ ਚੱਲ ਰਹੀ ਹੈ ਤਾਂ ਕਰਕੇ ਅਸੀਂ ਇੱਕ ਜਗਤ ਦੀ ਸਰਮੌਰ ਹਸਤੀ, ਸਰਵਉੱਚ ਹਸਤੀ ਅਕਾਲ ਪੁਰਖ ਨੂੰ ਮੰਨਦੇ ਹਾਂ। ਉਸ ਦੇ ਬਾਰੇ ਅਸੀਂ ਧਰਮ ਗ੍ਰੰਥਾਂ 'ਚ ਪੜ੍ਹਦੇ ਹਾਂ, ਵਿਸ਼ਵਾਸ ਦੇ ਤਲ 'ਤੇ ਉਹਦਾ ਰੋਜ਼ਾਨਾ ਜੀਵਨ ਦੇ ਵਿੱਚ ਜ਼ਿਕਰ ਵੀ ਕਰਦੇ ਹਾਂ ਕਿ ਅੱਲਾਹ ਤਾਲਾ ਅਕਾਲ ਪੁਰਖ ਸਭ ਨੂੰ ਦੇਖਦਾ, ਸੰਭਾਲਦਾ ਹੈ। ਇਹ ਅਸੀਂ ਇੱਕ ਵਾਕ ਰੋਜ਼ਾਨਾ ਆਪਸ ਦੇ ਵਿੱਚ ਵਰਤਦੇ ਹਾਂ, ਇਸ ਦੀ ਚਰਚਾ ਕਰਦੇ ਹਾਂ। ਹੁਣ ਗੱਲ ਕੀ ਹੈ ਕਿ ਅਸੀਂ ਇਸ ਦੇ ਵਿਸ਼ਵਾਸੀ ਵੀ ਹਾਂ, ਇਸ ਦੀ ਗੱਲ ਵੀ ਕਰਦੇ ਹਾਂ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਡਾ ਜੀਵਨ ਜਾਂ ਸਾਡਾ ਵਿਵਹਾਰ ਜਾਂ ਸਾਡੇ ਜੀਵਨ ਦਾ ਸਮੁੱਚਾ ਵਰਤਾਰਾ ਇਸ ਗੱਲ ਨੂੰ ਸਪਸ਼ਟ ਨਹੀਂ ਕਰਦਾ ਜਾਂ ਇਸ ਗੱਲ ਦਾ ਪੂਰਾ ਪ੍ਰਗਟਾਵਾ ਨਹੀਂ ਕਰਦਾ ਕਿ ਵਾਕਿਆ ਹੀ ਅਸੀਂ ਅਕਾਲ ਪੁਰਖ ਨੂੰ ਸਿਰਮੌਰ ਹਸਤੀ ਮੰਨ ਰਹੇ ਹਾਂ ਕਿ ਨਹੀਂ ਮੰਨ ਰਹੇ। ਕੇਵਲ ਸਾਡੇ ਵਾਕ ਦੇ ਵਿੱਚ। ਹੁਣ ਜਦੋਂ ਗਿਆਨ ਹੁੰਦਾ ਹੈ, ਜਦੋਂ ਮਨੁੱਖ ਇੱਕ ਪਹਿਲਾ ਪੱਧਰ ਹੈ ਕਿ ਉਹਨੇ ਮੰਨ ਲਿਆ ਕਿ ਸੰਸਾਰ ਦੀ ਇੱਕ ਸਰਵਉੱਚ ਹਸਤੀ ਜਿਹੜੀ ਸਿਰਜਣਾ, ਪ੍ਰਤਪਾਲਣਾ, ਨਾਸ਼ਣਾ ਕਰਦੀ ਹੈ, ਉਹਨੂੰ ਅਕਾਲ ਪੁਰਖ ਕਹਿ ਦਿੱਤਾ। ਹੁਣ ਉਹਦੇ ਸਮਝਣ ਦੇ ਲਈ ਵੀ ਗਿਆਨ ਜ਼ਰੂਰੀ ਹੈ। ਹੁਣ ਉਸ ਦੇ ਗਿਆਨ ਦੇ ਲਈ ਕੀ ਜ਼ਰੂਰੀ ਹੈ? ਫਿਰ ਮਨੁੱਖ ਸੋਚੇਗਾ ਕਿ ਉਹ ਸਰਵਉੱਚ ਜਿਹਨੂੰ ਹਸਤੀ ਨੂੰ ਕਿਹਾ ਜਾਂਦਾ ਹੈ ਉਹ ਹੈ ਕਿਵੇਂ ਦੀ। ਜਦੋਂ ਇਹ ਪ੍ਰਸ਼ਨ ਪੈਦਾ ਹੋਏਗਾ ਤਾਂ ਇਹਨੂੰ ਗਿਆਨ ਹੱਲ ਕਰੇਗਾ। ਗਿਆਨ ਹੱਲ ਇਵੇਂ ਕਰੇਗਾ ਕਿ ਜਦੋਂ ਸ੍ਰਿਸ਼ਟੀ ਦਾ ਆਰੰਭ ਨਹੀਂ ਸੀ ਹੋਇਆ, ਜਦੋਂ ਸ੍ਰਿਸ਼ਟੀ ਨਹੀਂ ਸੀ ਸਾਜੀ ਗਈ, ਕੋਈ ਜੀਵਾਂ ਦੀ, ਪਸ਼ੂਆਂ ਦੀ, ਬਨਸਪਤੀ ਦੀ ਕੋਈ ਹੋਂਦ ਨਹੀਂ ਸੀ ਬਣੀ, ਉਦੋਂ ਉਹਦਾ ਰੂਪ ਕੀ ਸੀ? ਤਾਂ ਉਦੋਂ ਉਸ ਨੂੰ ਜਿਹੜਾ ਗੁਰਬਾਣੀ ਵਿੱਚ ਕਿਹਾ ਗਿਆ ਕਿ ਉਹ ਆਪਣੇ ਆਪ ਦੇ ਵਿੱਚ ਇੱਕ ਮਹਾਂ ਊਰਜਾ ਦਾ ਰੂਪ ਸੀ, ਜਿਹਨੂੰ ਗੁਰਬਾਣੀ 'ਚ ਕੀਤਾ ਪਸਾਓ ਏਕੋ ਕਵਾਓ। ਜਦੋਂ ਉਹ ਮਹਾਂਪ੍ਰਕਾਸ਼
ਨੇ ਆਪਣਾ ਪਸਾਰਾ ਕਰਕੇ ਅਨੇਕਾਂ ਆਕਾਰ ਸਾਜ ਦਿੱਤੇ ਅਤੇ ਉਹਨਾਂ ਆਕਾਰਾਂ ਦੇ ਵਿੱਚ ਉਹ ਸੱਤਾ ਰੂਪ ਹੋ ਕੇ ਸਮਾ ਗਿਆ। ਜਿਵੇਂ ਅਸੀਂ ਹੁਣ ਗਿਆਨ ਦੀ ਗੱਲ ਕਰੀ, ਸਤਨਾਮ ਸ਼ਬਦ ਰੋਜ਼ਾਨਾ ਪੜ੍ਹਦੇ ਹਾਂ ਮੂਲ ਮੰਤਰ ਦੇ ਅੰਤਰਗਤ। ਹੁਣ ਉਹ ਸਤਨਾਮ ਸ਼ਬਦ ਕੀ ਹੈ, ਇਹ ਸਾਨੂੰ ਗਿਆਨ ਦੇ ਦੁਆਰਾ ਪਹਿਲਾਂ ਤਾਂ ਹੁਣ ਜਿਵੇਂ ਇਹ ਵੀ ਮੈਂ ਨੁਕਤਾ ਨਾਲ ਹੀ ਆਪਦੇ ਸਨਮੁਖ ਰੱਖਦਾ ਜਾਵਾਂ ਕਿ ਵਿਚਾਰ ਦੇ ਨਾਲ ਜੁੜੇ ਰਹੋ। ਸਤਨਾਮ ਦਾ ਜਿਹੜਾ ਅੱਖਰੀ ਗਿਆਨ ਹੈ ਉਹ ਕਹੇਗਾ ਕਿ ਸਦੀਵੀ ਰਹਿਣ ਵਾਲਾ। ਤਾਂ ਹੁਣ ਇਹ ਹੋ ਗਿਆ ਪਹਿਲੇ ਪੱਧਰ ਦਾ ਗਿਆਨ। ਹੁਣ ਜਦੋਂ ਬੁੱਝਣਾ ਜਾਵਾਂਗੇ ਉਦੋਂ ਕੀ ਗਿਆਨ ਪੈਦਾ ਹੋਏਗਾ ਕਿ ਸਤ ਭਾਵ ਕਿ ਜਿੰਨੀ ਰਚਨਾ ਮਾਲਕ ਨੇ ਸਾਚੀ, ਇਹਦੇ ਵਿੱਚ ਸਦੀਵ ਕੀ ਹੈ। ਫਿਰ ਮਨੁੱਖ ਪੁੱਛੇਗਾ, ਬੰਦੇ ਪੈਦਾ ਹੁੰਦੇ ਨੇ, ਮਰ ਜਾਂਦੇ ਨੇ, ਇੰਨੇ ਆਕਾਰ ਰਚੇ ਜਾਂਦੇ ਨੇ, ਸਾਰੇ ਟੁੱਟ ਭੱਜ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਫਿਰ ਸਦੀਵ ਕੀ ਹੈ। ਜਦੋਂ ਇਹ ਪ੍ਰਸ਼ਨ ਪੈਦਾ ਹੋਏਗਾ ਤਾਂ ਸਤਨਾਮ ਦੇ ਅਰਥ ਨੂੰ ਬੁੱਝਣ ਦਾ ਦੂਜੀ ਗਿਆਨ ਸਾਧਨਾ ਪੈਦਾ ਹੋਏਗੀ, ਜਿਹਨੂੰ ਅਸੀਂ ਬੁੱਝਣਾ ਕਹਿੰਦੇ ਹਾਂ। ਤਾਂ ਫਿਰ ਜਦੋਂ ਬੁੱਝਣ ਲੱਗੇਗਾ, ਫਿਰ ਮਨੁੱਖ ਇਸ ਗੱਲ ਦੀ ਜਦੋਂ ਯਤਨ ਕਰੇਗਾ ਤਾਂ ਫਿਰ ਉਹਨੂੰ ਸਪਸ਼ਟ ਹੋਏਗਾ ਕਿ ਸਦੀਵ ਕੀ ਹੈ। ਫਿਰ ਉਹ ਦੇਖੇਗਾ ਕਿ ਜਿਹੜੀ ਆਕਾਰਾਂ ਦੀ ਰਚਨਾ ਸਾਜੀ ਹੈ, ਆਕਾਰਾਂ ਦੇ ਰੂਪ ਰੰਗ ਸਭ ਭਿੰਨ ਨੇ, ਪਰ ਜੇ ਕੋਈ ਸਦੀਵ ਹੈ ਤਾਂ ਉਹ ਹੈ ਆਤਮ ਜੋਤ, ਜਿਹੜੀ ਇਸ ਸਰੀਰ ਅੰਦਰ ਵਿਚਰਦੀ ਹੈ ਅਤੇ ਉਸੇ ਹੀ ਆਤਮ ਸੱਤਾ ਕਰਕੇ ਸਾਰਾ ਜਗਤ ਟਿਕਿਆ ਹੋਇਆ ਹੈ। ਕਰੋੜਾਂ ਮੁਰਦੇ ਪਏ ਹੋਣ, ਅਸੀਂ ਉਹਨਾਂ ਨੂੰ ਜਗਤ ਜਾਂ ਮਨੁੱਖ ਨਹੀਂ ਆਖ ਸਕਦੇ, ਕਿਉਂਕਿ ਉਹਨਾਂ ਦੇ ਅੰਦਰ ਜੀਵਨ ਦੀ ਸੱਤਾ ਨਹੀਂ ਧੜਕ ਰਹੀ। ਅਤੇ ਜਿਵੇਂ ਹੁਣ ਜਦੋਂ ਗਿਆਨ ਦੀ ਸਾਧਨਾ ਕਰਾਂਗੇ ਪਹਿਲੇ ਪੱਧਰ 'ਤੇ ਹੀ ਸਮਝ ਆਏਗਾ ਕਿ ਭੋਜਨ ਪਾਣੀ ਸਰੀਰ ਦਾ ਆਧਾਰ ਹੈ, ਬਾਅਦ 'ਚ ਲੱਗੇਗਾ ਪ੍ਰਾਣ ਆਧਾਰ ਹੈ। ਜਦੋਂ ਬਹੁਤ ਗਿਆਨ ਦੀ ਵਿਚਾਰ ਨਾਲ ਤੀਖਣ ਜਾਵਾਂਗੇ ਤਾਂ ਫਿਰ ਪਤਾ ਲੱਗੇਗਾ ਕਿ ਆਤਮ ਜੋਤ ਜਿਹੜੀ ਇਸ ਸਰੀਰ ਵਿੱਚ ਊਰਜਾ ਰੂਪ ਹੋ ਕੇ ਵਿਚਰਦੀ ਹੈ, ਅਤੇ ਜਦੋਂ ਉਹ ਵੱਖੋ ਵੱਖਾਂ ਅੰਗਾਂ ਦੁਆਰਾ ਆਪਣਾ ਵਿਵਹਾਰ ਕਰਦੀ, ਉਦੋਂ ਕੰਨ ਸੁਣਨ ਯੋਗ ਹੋ ਜਾਂਦੇ ਨੇ, ਅੱਖਾਂ ਦੇਖਣ ਯੋਗ ਹੋ ਜਾਂਦੀਆਂ ਨੇ, ਦਿਲ ਧੜਕਣ ਦੇ ਯੋਗ ਹੋ ਜਾਂਦਾ, ਚਮੜੀ ਸਪਰਸ਼ ਕਰਨ ਦੇ ਯੋਗ ਹੋ ਜਾਂਦੀ ਹੈ। ਇਹ ਜਿਹੜੀ ਸੱਤਾ ਹੈ ਇਹਦਾ ਕੋਈ ਰੂਪ ਰੰਗ ਨਹੀਂ। ਜਦੋਂ ਅਕਾਲ ਪੁਰਖ ਦੀ ਹਸਤੀ ਨੂੰ ਮਨੁੱਖ ਵਾਚੇਗਾ ਅਤੇ ਉਹਦਾ ਗਿਆਨ ਉਹਨੂੰ ਇਸ ਪੱਧਰ 'ਤੇ ਲੈ ਆਏਗਾ ਕਿ ਤੇਰੇ ਅੰਦਰ ਜਿਹੜੀ ਇੱਕ ਅਦ੍ਰਿਸ਼ ਊਰਜਾ ਰੂਪ ਜੋਤ ਵਰਤ ਰਹੀ ਹੈ, ਇਹ ਸੱਤ ਹੈ। ਅਤੇ ਇਹ ਨਾਮ ਰੂਪ ਨਾਲ ਪਤਾ ਲੱਗਦੀ ਹੈ ਕਿ ਜਦੋਂ ਆਤਮਾ ਸਰੀਰ ਦਾ ਚੋਲਾ ਧਾਰਨ ਕਰਦੀ ਹੈ, ਫਿਰ ਪਤਾ ਲੱਗਦਾ ਕਿ ਸਰੀਰ ਦੇ ਵਿੱਚ ਪ੍ਰਗਟਿਤ ਹੋ ਰਹੀ ਹੈ। ਤਾਂ ਇੰਜ ਪਹਿਲਾ ਨੁਕਤਾ ਕਿ ਅਕਾਲ ਪੁਰਖ ਸੰਬੰਧੀ ਮਨੁੱਖ ਨੇ ਗਿਆਨ ਅਰਜਿਤ ਕਰਨਾ ਹੋਵੇ, ਪਹਿਲਾ ਹੈ ਕਿ ਉਹਨੇ ਸਾਰੇ ਆਕਾਰ ਸਾਜੇ, ਪਰ ਉਹ ਇਹਨਾਂ ਸਾਰੇ ਆਕਾਰਾਂ ਵਿੱਚ ਰਮਿਆ ਕਿਵੇਂ ਹੈ। ਤਾਂ ਗੁਰਬਾਣੀ ਵਿੱਚ ਹੁਣ ਗੁਰਬਾਣੀ ਗਿਆਨ ਅਸੀਂ ਕਹਿੰਦੇ ਨਾ, ਕਈ ਵਾਰੀ ਵੈਸੇ ਸ਼ਬਦ ਪੂਰਾ ਜੇ ਵਾਚੀਏ ਤਾਂ ਕੁਝ ਹੋਰ ਅਰਥ ਨਿਕਲਦੇ, ਪਰ ਅਸੀਂ ਗੁਰ ਸ਼ਬਦ ਦਾ ਗਿਆਨ ਕਹਿੰਦੇ। ਅਸਲ ਸ਼ਬਦ ਕਹਿਣਾ ਚਾਹੀਦਾ ਗੁਰ ਸ਼ਬਦ ਦਾ ਗਿਆਨ, ਗੁਰਬਾਣੀ ਗਿਆਨ ਨਹੀਂ ਕਹਿਣਾ ਚਾਹੀਦਾ। ਉਹਦੇ ਵਿੱਚ ਹੁਣ ਜਿਵੇਂ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਤਾਂ ਜਦੋਂ ਮਨੁੱਖ ਇਸ ਗੱਲ ਤੋਂ ਜਾਣੂ ਹੁੰਦਾ, ਉਹਦੇ ਵਿੱਚ ਉਹਨੂੰ ਸਮਝ ਆਉਂਦੀ ਹੈ। ਹੁਣ ਗਿਆਨ ਦੇ ਨੁਕਤੇ ਤੋਂ ਹੀ ਜਾਣੇਗਾ ਕਿ ਸਭ ਮੈਂ ਜੋਤ ਜੋਤ ਹੈ ਸੋਏ, ਕਿ ਇੱਕ ਤਾਂ ਪ੍ਰਾਣਾ ਦਾ ਆਧਾਰ ਹੈ ਜਿਹਦੇ ਕਰਕੇ ਸਾਰੇ ਚੱਲ ਰਹੇ ਨੇ। ਫਿਰ ਉਸ ਆਤਮ ਸੱਤਾ ਜਿਹਨੂੰ ਪਰਮਾਤਮ ਕਿਹਾ ਜਾਂਦਾ ਹੈ ਜਾਂ ਪਰਮ ਅਨੁਭਵ ਕਿਹਾ ਜਾਂਦਾ ਹੈ, ਉਹਨੇ ਜਦੋਂ ਜਗਤ ਨੂੰ ਧਾਰਨ ਕੀਤਾ ਤਾਂ ਉਹਨੇ ਕੇਵਲ ਇਹਦੇ ਅੰਦਰ ਆਪਣੀ ਜੋਤ ਹੀ ਵਰਤਾਈ, ਅਤੇ ਜਿਹੜੇ ਧਰਤੀ ਦੇ ਬਾਕੀ ਚਾਰ ਪਦਾਰਥ ਸਨ ਉਹਨਾਂ ਰਲ ਕੇ ਆਕਾਰ ਬਣਾਏ। ਤਾਂ ਇੰਜ ਜਦੋਂ ਮਨੁੱਖ ਬੜੀ ਗਹਿਰੀ ਤਲਾਸ਼ ਕਰਦਾ ਜਾਏਗਾ ਅਤੇ ਫਿਰ ਉਹਨੂੰ ਸਮਝ ਆਉਂਦਾ ਹੈ, ਫਿਰ ਜਾ ਕੇ ਉਹਨੂੰ ਵੱਡਾ ਗਿਆਨ ਪ੍ਰਾਪਤ ਹੁੰਦਾ ਹੈ ਕਿ ਉਹਦਾ ਕੋਈ ਰੂਪ ਰੇਖ ਰੰਗ ਨਹੀਂ ਹੈ, ਕਿਉਂਕਿ ਫਿਰ ਉਹ ਇੰਨੇ ਆਕਾਰ ਦੇਖਦਾ ਹੈ। ਹੁਣ ਇੰਨੇ ਆਕਾਰ ਨੇ, ਕਿਸੇ ਇੱਕ ਆਕਾਰ ਨੂੰ ਉਹਦਾ ਆਕਾਰ ਨਹੀਂ ਕਹਿ ਸਕਦੇ, ਇੰਨੇ ਰੂਪ ਨੇ, ਇੰਨੇ ਰੰਗ ਨੇ। ਇਸ ਕਰਕੇ ਪਹਿਲਾ ਪੱਧਰ ਕਿ ਜਦੋਂ ਅਕਾਲ, ਜਿਵੇਂ ਹੁਣ ਉਹਦੇ ਵਿੱਚ ਹੀ ਹੁਣ ਗੁਰਬਾਣੀ ਗਿਆਨ ਦੀ ਅਸੀਂ ਗੱਲ ਕੀਤੀ, ਗੁਰ ਸ਼ਬਦ ਗਿਆਨ ਦੀ, ਤਾਂ ਫਿਰ ਜਦੋਂ ਗੁਰਬਾਣੀ ਪੜ੍ਹਦਾ ਮਨੁੱਖ ਤਾਂ ਉਹਦੇ ਅੰਦਰ ਗਿਆਨ ਦੀ ਇੱਕ ਧਾਰਾ ਵਿਕਸਿਤ ਹੁੰਦੀ ਹੈ। ਵਾਕ ਪੜ੍ਹਦੇ ਹਾਂ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਪਹਿਲੇ ਪੱਧਰ 'ਤੇ ਦੇਖਾਂਗੇ ਕਿ ਬੰਦੇ ਨੂੰ ਜਿਹੜੇ ਪ੍ਰਾਣ ਹੈ ਉਹ ਕੋਈ ਰੁੱਖ ਦੇ ਰਹੇ ਨੇ, ਪਰ ਜਿਹੜਾ ਭੋਜਨ ਹੈ ਕੋਈ ਹੋਰ ਦੇ ਰਿਹਾ ਹੈ। ਪਰ ਜਦੋਂ ਇੱਕ ਦਾਤਾ ਬੁੱਝਾਂਗੇ ਤਾਂ ਫਿਰ ਦੇਖਾਂਗੇ ਵੀ ਹਰੇਕ ਮੰਗਤੇ ਨੂੰ ਦੇਣ ਵਾਲਾ ਹਰੇਕ ਬੰਦਾ ਵੱਖਰਾ ਹੈ, ਪਰ ਇੱਥੇ ਇੱਕ ਦਾਤਾ ਕਿਹਾ, ਉਹ ਵੀ ਸਭਨਾ ਜੀਆਂ। ਕਿਹਦਾ ਭਾਵ ਇਹ ਹੈ ਕਿ ਜਿਹੜੀ ਆਤਮ ਸੱਤਾ ਸਾਰਿਆਂ ਦੇ ਅੰਦਰ ਵਿਚਰਦੀ ਆਤਮ ਰੂਪ ਹੋ ਕੇ, ਉਹ ਸਾਰਿਆਂ ਦੇ ਅੰਦਰ ਇੱਕ ਸਮਾਨ ਹੀ ਹੈ। ਤਾਂ ਕਰਕੇ ਫਿਰ ਉਹਦੇ ਵਿੱਚ ਹੋਰ ਗੁਰਬਾਣੀ ਦੇ ਸ਼ਬਦ ਦੁਆਰਾ ਸਾਨੂੰ ਸਮਝ ਆਏਗੀ, ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ, ਜਾਂ ਏਕ ਨੂਰ ਤੇ ਸਭ ਜਗ ਉਪਜਿਆ ਕੌਣ। ਇਉਂ ਜਦੋਂ ਬਹੁਤ ਤੀਖਣ ਵਿਚਾਰ ਕਰਦਾ ਜਾਏਗਾ ਅਤੇ ਫਿਰ ਉਹਨੂੰ ਪ੍ਰਤੱਖ ਹੋ ਜਾਏਗਾ ਕਿ ਅਕਾਲ ਪੁਰਖ ਦੀ ਹਸਤੀ ਜਗਤ ਵਿੱਚ ਕਿਵੇਂ ਪਸਰੀ ਹੋਈ ਹੈ। ਇਹ ਪਹਿਲਾ ਨੁਕਤਾ ਆਪਦੇ ਸਨਮੁਖ। ਦੂਜਾ ਨੁਕਤਾ, ਜਹਾਂ ਗਿਆਨ ਤਹ ਧਰਮ ਹੈ। ਹੁਣ ਜਦੋਂ ਅਕਾਲ ਪੁਰਖ ਦੀ ਹਸਤੀ ਦਾ ਇਹ ਗਿਆਨ ਪੈਦਾ ਹੋਏਗਾ ਕਿ ਉਹ ਸਾਰਿਆਂ ਦੇ ਅੰਦਰ ਉਹਦੀ ਜੋਤ ਦਾ ਪ੍ਰਕਾਸ਼ ਹੈ,
ਤੇ ਫਿਰ ਮਨੁੱਖ ਉਸ ਜੋਤ ਰੂਪ ਦਾ ਅਦਬ ਕਰੇਗਾ। ਤੇ ਜਦੋਂ ਉਸ ਅਦਬ ਨੂੰ ਮੁੱਖ ਰੱਖੇਗਾ ਤੇ ਫਿਰ ਧਰਤੀ 'ਤੇ ਉਹ ਕਿਸੇ ਜ਼ਬਰ ਦੇ, ਅਤਿਆਚਾਰ ਦੇ ਜਾਂ ਕਿਸੇ ਤਰ੍ਹਾਂ ਦੀ ਹਾਨੀ ਦੇ ਕਰਮ ਨੂੰ ਅੰਜਾਮ ਨਹੀਂ ਦੇਵੇਗਾ ਤੇ ਧਰਮ ਦਾ ਸੰਤੁਲਨ ਜਿਹੜਾ ਹੈ ਬਣਿਆ ਰਹੇਗਾ। ਪਹਿਲਾ ਨੁਕਤਾ। ਦੂਜਾ ਨੁਕਤਾ ਆਪਦੇ ਸਨਮੁਖ ਰੱਖ। ਹੁਣ ਸਾਨੂੰ ਸਾਰਿਆਂ ਨੂੰ ਸਭ ਤੋਂ ਅਮੋਲਕ ਕੀ ਪ੍ਰਾਪਤ ਹੈ? ਮਨੁੱਖਾ ਜਨਮ। ਹੁਣ ਜੇ ਮਨੁੱਖਾ ਜਨਮ ਦਾ ਕੇਵਲ ਜਿਹੜਾ ਪ੍ਰਚਲਿਤ ਤੌਰ 'ਤੇ ਸਾਨੂੰ ਗਿਆਨ ਹੈ ਉਹ ਹੈ ਕਿ ਜੀਵਨ ਦੇ ਰਸ-ਕਸ ਮੰਨਣੇ, ਥੋੜ੍ਹੀ ਬਹੁਤੀ ਜਿਹੜੀ ਪਦਾਰਥਕ ਉੱਨਤੀ ਕਰ ਲੈਣੀ, ਜਿਹੜੀ ਸਮਾਜਿਕ ਜਿਹੜਾ ਆਪਣਾ ਪੱਧਰ ਹੈ ਉਹਨੂੰ ਥੋੜ੍ਹਾ ਵਿਕਸਿਤ ਕਰ ਲੈਣਾ, ਇੰਨਾ ਕਿ ਅਸੀਂ ਜੀਵਨ ਦਾ ਮਨੋਰਥ ਸਮਝਦੇ ਜਿੰਨਾ ਕੁ ਸਾਨੂੰ ਗਿਆਨ ਹੈ। ਤਾਂ ਹੁਣ ਜਦੋਂ ਅਸੀਂ ਗੁਰੂ ਸ਼ਬਦ ਦੇ ਨਾਲ ਜੁੜਾਂਗੇ, ਸਾਡੇ ਧਰਮ ਜੀਵਨ 'ਚ ਧਰਮ ਕਿਵੇਂ ਬਣੇਗਾ? ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਗਿਆਨ। ਸਭ ਤੋਂ ਪਹਿਲਾਂ ਮਨੁੱਖ ਜਦੋਂ ਗੁਰੂ ਸ਼ਬਦ ਨਾਲ ਜੁੜੇਗਾ ਤੇ ਉਹਦੇ ਗਿਆਨ ਦੇ ਵਿੱਚ ਅਨੁਭਵ ਆਏਗਾ ਕਿ ਜਦੋਂ ਉਹਦੇ ਅੰਦਰ ਗਿਆਨ ਬੁੱਝਣ ਦੀ ਗੱਲ ਪੈਦਾ ਹੋਏਗੀ, ਉਦੋਂ ਜਾਣੇਗਾ ਕਿ ਜਿੰਨੀਆਂ ਕਿਰਿਆਵਾਂ ਮੈਂ ਕਰਦਾ ਹਾਂ ਓਨੀਆਂ ਤਾਂ ਪਸ਼ੂ ਪੰਛੀ ਵੀ ਕਰ ਲੈਂਦੇ ਨੇ। ਜਿਤਨੇ ਰਸ-ਕਸ ਮੈਂ ਭੋਗਦਾ, ਕਾਮਾਦਿਕ ਆਦਿਕ, ਉਹ ਤਾਂ ਪਸ਼ੂ ਪੰਛੀ ਵੀ ਭੋਗਦੇ ਨੇ। ਫਿਰ ਮੈਨੂੰ ਉੱਤਮ ਜੂਨ ਗੁਰਬਾਣੀ 'ਚ ਕਿਉਂ ਆਖਿਆ ਗਿਆ ਮਨੁੱਖ ਨੂੰ? ਤਾਂ ਫਿਰ ਜਦੋਂ ਇਸ ਗੱਲ ਦਾ ਪ੍ਰਸ਼ਨ ਪੈਦਾ ਹੋਏਗਾ ਤੇ ਫਿਰ ਜਗਿਆਸਾ ਅੱਗੇ ਜਾ ਕੇ ਉਹਨੂੰ ਲਿਜਾਏਗੀ ਕਿ ਉਂਝ ਪਸ਼ੂ ਜੂਨੀਆਂ ਤੇਰੇ ਤੋਂ ਬੜੀਆਂ ਉੱਤਮ ਨੇ। ਮੋਰ ਦੀ ਸੁੰਦਰਤਾ ਬੰਦੇ ਨਾਲੋਂ ਵੱਧ ਹੈ, ਕੀੜੀ ਦਾ ਉਦਮ ਬੰਦੇ ਨਾਲੋਂ ਵੱਧ ਹੈ, ਜੂਨਾਂ ਸਾਰੀਆਂ ਅੱਗੇ ਨੇ, ਪਰ ਤੂੰ ਕਾਹਦੇ ਕਰਕੇ ਹੈ? ਕਿ ਤੇਰੇ ਕੋਲੋਂ ਚੇਤਨਾ ਹੈ। ਚੇਤਨਾ ਦਾ ਭਾਵ ਕਿ ਤੇਰੇ ਅੰਦਰ ਐਸੀਆਂ ਸਮਰੱਥਾਵਾਂ ਨੇ ਬੁੱਧੀ ਦੇ ਤਲ 'ਤੇ, ਸਮਝਣ ਦੇ ਤਲ 'ਤੇ, ਯਾਦ ਕਰਨ ਦੇ ਤਲ 'ਤੇ, ਜਿਹਦੇ ਨਾਲ ਤੂੰ ਜੀਵਨ ਦਾ ਬੜਾ ਉਚੇਰਾ ਵਿਕਾਸ ਕਰ ਸਕਦਾ ਹੈ। ਭਾਵ ਕਿ ਜਿਵੇਂ ਬੁੱਧੀ ਦੇ ਤਾਣ ਨਾਲ ਕੋਈ ਯੋਜਨਾ ਨੂੰ ਸਿਰੇ ਚੜ੍ਹਾ ਕੇ ਅਮੀਰ ਗਰੀਬ ਤੋਂ ਅਮੀਰ ਹੋ ਸਕਦਾ ਹੈ, ਅਨਪੜ੍ਹ ਤੋਂ ਵਿਦਵਾਨ ਹੋ ਸਕਦਾ ਹੈ, ਇੰਝ ਹੀ ਜਿਹੜੀ ਚੇਤਨਾ ਹੈ ਉਹ ਤੈਨੂੰ ਪਰਮ ਰੂਪ ਤੱਕ ਲਿਜਾ ਕੇ ਤੇ ਤੈਨੂੰ ਅਸਲ ਵਿੱਚ ਅਭੇਦ ਕਰਕੇ ਤੇਰੇ ਜੀਵਨ ਦੇ ਡਰ ਖਤਮ ਕਰ ਸਕਦੀ। ਇਸ ਕਰਕੇ ਦੂਜਾ ਪੱਖ ਕਿ ਜਦੋਂ ਮਨੁੱਖ ਆਪਣੇ ਆਪ ਨੂੰ ਵਾਚਦਾ ਹੈ, ਫਿਰ ਗੁਰੂ ਸ਼ਬਦ ਨਾਲ ਜੁੜਦਾ ਹੈ, ਤਾਂ ਉਹਨੂੰ ਸਮਝ ਆਉਂਦੀ ਹੈ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹਨੂੰ ਫਿਰ ਪਤਾ ਲੱਗਦਾ ਕਿ ਜੀਵਨ ਦੇ ਕੁਝ ਵੱਡੇ ਅਰਥ ਵੀ ਹਨ ਜਿਹਦੇ ਵਿੱਚੋਂ ਇਹ ਸਮਝ ਆਉਂਦਾ ਹੈ। ਫਿਰ ਉਹਨੂੰ ਸ਼ਬਦ ਦੇ ਨਾਲ ਹੋਰ ਗਿਆਨ ਮਹਿਸੂਸ ਹੁੰਦਾ। ਜਿਵੇਂ ਅਸੀਂ ਵਾਕ ਪੜ੍ਹਦੇ ਨਾ, ਕਈ ਜਨਮ ਭਏ ਕੀਟ ਪਤੰਗਾ, ਇਹਦਾ ਪ੍ਰਮਾਣ ਅਸਲ ਵਿੱਚ ਪਤਾ ਕੀ ਹੈ? ਜੇ ਮਹਾਤਮਾ ਬੁੱਧ ਜਦੋਂ ਨਿਰਵਾਣ ਦੀ ਅਵਸਥਾ ਨੂੰ ਪ੍ਰਾਪਤ ਹੋਏ ਤਾਂ ਉਹਨਾਂ ਦਾ ਪੂਰਬਲੇ ਜਨਮ ਦਾ ਬੜੇ ਸੰਸਕਾਰ ਉਹਨਾਂ ਦੇ ਸਾਹਮਣੇ ਖੁੱਲ੍ਹੇ। ਅਸੀਂ ਜਿਹੜਾ ਗੁਰਬਾਣੀ ਨੇ ਸ਼ਬਦ ਲਿਖ ਦਿੱਤਾ ਕਈ ਜਨਮ ਭਏ ਕੀਟ ਪਤੰਗਾ, ਇਹ ਕੋਈ ਇਸ ਕਰਕੇ ਥੋੜ੍ਹਾ ਲਿਖ ਦਿੱਤਾ ਕਿ ਸਾਨੂੰ ਮਨੁੱਖਾ ਜਨਮ ਦੀ ਦੁਰਲੱਭਤਾ ਦਾ ਗਿਆਨ ਹੋ ਜਾਵੇ। ਜਦੋਂ ਸਿਮਰਨ ਦੇ ਵਿੱਚ ਜਾ ਕੇ ਮਨੁੱਖ ਨੂੰ ਆਪਣੀ ਰਚਨਾ ਦਾ ਪਹਿਲਾ ਪੱਖ ਸਮਝ ਆਉਂਦਾ ਹੈ, ਆਹ ਤਾਂ ਪਤਾ ਨਹੀਂ ਕਿੰਨੀਆਂ ਜੂਨਾਂ ਦੇ ਸਫ਼ਰ ਵਿੱਚੋਂ ਸਾਨੂੰ ਇੱਕ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਸਾਡੀ ਰਚਨਾ ਕਦੋਂ ਦੀ ਸਾਜੀ ਗਈ ਹੈ, ਉਹ ਕਿੰਨੇ ਪੜਾਵਾਂ ਵਿੱਚ ਹੋ ਕੇ ਗੁਜ਼ਰੀ ਹੈ। ਜਦੋਂ ਬੰਦੇ ਦੀ ਚੇਤਨਾ ਦਾ ਪ੍ਰਕਾਸ਼ ਪੂਰੀ ਤਰ੍ਹਾਂ ਖੁੱਲ੍ਹ ਜਾਂਦਾ ਹੈ ਅਤੇ ਉਹਨੂੰ ਆਪਣੀ ਰਚਨਾ ਦਾ ਆਦ ਮੁੱਢ ਸਮਝ ਆਉਂਦਾ ਅਤੇ ਉਹਦੇ ਵਿੱਚ ਫਿਰ ਉਹ ਜ਼ਿਕਰ ਕਰਦਾ ਹੈ ਕਿ ਇਸ ਜੂਨ ਦੇ ਵਿੱਚੋਂ ਗੁਜ਼ਰ ਕੇ ਅਤੇ ਹੁਣ ਇਸ ਕਰਕੇ ਤਾਂ ਕਰਕੇ ਆਉਂਦਾ ਨਾ, ਤਾਂ ਕਰਕੇ ਜਦੋਂ ਭਗਤ ਸਾਹਿਬਾਨਾਂ ਨੇ ਕਿਹਾ ਕਿ ਤੁਮਰੀ ਕਿਰਪਾ ਤੇ ਮਾਨੁੱਖ ਦੇਹ ਪਾਈ ਹੈ, ਕਿ ਜਿਵੇਂ ਦੀਆਂ ਕੱਟ ਜੂਨਾਂ ਦੇ ਵਿੱਚ ਪਏ ਸਨ, ਕਈ ਜੂਨਾਂ ਜਿਨ੍ਹਾਂ ਦੀ ਉਮਰ 1,000 ਸਾਲ ਹੈ, ਤਾਂ ਕਰਕੇ ਉੱਥੇ ਜਦੋਂ ਕਿਰਪਾ ਸ਼ਬਦ ਕਿਹਾ ਤਾਂ ਉਹ ਕੋਈ ਲਿਟਰਲੀ ਅਰਥਾਂ ਵਿੱਚ ਨਹੀਂ ਕਿਹਾ ਗਿਆ। ਉੱਥੇ ਉਹਨਾਂ ਦੇ ਸਾਹਮਣੇ ਆਪਣੀ ਰਚਨਾ ਦੇ ਸਾਰੇ ਜਨਮਾਂ ਦਾ ਗਿਆਨ ਉਹਨਾਂ ਦੇ ਸਾਹਮਣੇ ਖੁੱਲ੍ਹਿਆ ਅਤੇ ਉਹਨਾਂ ਨੇ ਜਾਣਿਆ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਉਹਨਾਂ ਨੇ ਇੱਕ ਸਿੱਖ ਦੀ ਸੁਪਨੇ ਵਿੱਚ 84 ਕੱਟੀ ਸੀ, ਉਹ ਵੀ ਇੱਕ ਪ੍ਰਮਾਣ ਸਾਡੀ ਸਮਝਣ ਦੇ ਵਿੱਚ ਮਦਦ ਕਰਦਾ ਹੈ। ਤਾਂ ਇੰਝ ਹੀ ਜਦੋਂ ਮਨੁੱਖ ਦੇ ਅੰਦਰ ਇਹ ਗਿਆਨ ਖੁੱਲ੍ਹਦਾ ਹੈ ਤਾਂ ਉਹਨਾਂ ਨੇ ਕਿਹਾ ਤੁਮਰੀ ਕਿਰਪਾ, ਕਿ ਜੇ 84 ਲੱਖ ਜੋ ਉਹਨਾਂ ਦਾ ਸਿਲਸਿਲਾ ਪੂਰਾ ਕਰਕੇ ਮਨੁੱਖ ਤੱਕ ਆਉਣਾ ਹੁੰਦਾ ਤਾਂ ਪਤਾ ਨਹੀਂ ਕਦੋਂ ਆਉਂਦੇ, ਪਰ ਤੇਰੀ ਕਿਰਪਾ ਹੋ ਗਈ, ਕਿਤੇ ਵੀ ਨਵਾਜ਼ਿਸ਼। ਹੁਣ 84 ਲੱਖ ਦਾ ਮਤਲਬ ਵੀ ਕੋਈ ਨਿਸ਼ਚਿਤ ਨਹੀਂ ਹੈ। 84 ਲੱਖ ਦਾ ਮਤਲਬ ਹੈ ਅਨੰਤ ਭਟਕਣ। ਮੈਂ ਇੱਕ ਦਫਾ ਜੈਨ ਮਤ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜਾ 8 ਹੈ, 8 ਤੋਂ ਅੱਗੇ ਕੋਈ ਅੰਕ ਨਹੀਂ ਬਣਦਾ। ਬਾਕੀ ਅੰਕਾਂ ਦੇ ਤੁਸੀਂ ਕੋਈ ਨਾ ਕੋਈ ਅੰਕ ਉਹਦੇ ਅੱਗੋਂ ਕੋਈ ਲੀਕ ਵਧਾ ਕੇ ਬਣਾ ਸਕਦੇ ਹੋ, 8 ਦਾ ਕੋਈ ਨਹੀਂ ਬਣਦਾ। ਅਤੇ 8 ਹਮੇਸ਼ਾ ਉਹ ਕਲਮ ਲਗਾਤਾਰ ਚੱਲਦੀ, ਅਤੇ 8 ਦਾ ਸਿੰਬੋਲਾਈਜ਼ ਮੀਨਿੰਗ ਹੈ ਕਿ ਸਦਾ ਹੀ ਭਟਕਣ ਦੇ ਵਿੱਚ ਰਹਿਣਾ। ਜਿਵੇਂ ਕਈ ਵਾਰੀ ਬੱਚਿਆਂ ਨੂੰ ਦੇਖੋ 8 ਦਾ ਅੰਕ ਵਾਹੁਣਗੇ ਨਾ, ਉਹ ਬਹੁਤ ਵਾਰੀ ਵਾਹੀ ਜਾਣਗੇ ਉੱਥੇ ਹੀ, ਕਿਉਂਕਿ ਉਹ
ਪੈਨ ਉਹ 'ਚ ਚੁੱਕਣਾ ਨਹੀਂ ਪੈਂਦਾ, ਉਹ ਲਗਾਤਾਰ ਚਲਾਈ ਜਾਂਦੇ। ਤਾਂ ਇਸੇ ਤਰ੍ਹਾਂ ਅਨੰਤ ਜੂਨਾਂ ਦੀ ਭਟਕਣ, ਜਦੋਂ ਅਨੰਤ ਜੂਨਾਂ ਦੀ ਭਟਕਣ ਦੇ ਵਿੱਚੋਂ ਨਵਾਜ਼ਿਸ਼ ਹੁੰਦੀ ਹੈ, ਫਿਰ ਮਨੁੱਖ ਦਾ ਜਨਮ ਨਸੀਬ ਹੁੰਦਾ। ਤਾਂ ਉਹਨਾਂ ਭਗਤ ਸਾਹਿਬਾਨਾਂ ਨੇ ਕਿਹਾ ਹੈ, ਜਦੋਂ ਇਹ ਵੀ ਕਿਹਾ ਨਾ ਬਹੁਤ ਜਨਮ ਵਿਛਰੇ ਥੇ ਮਾਧੋ, ਤੇ ਇਹ ਵੀ ਇਸ ਕਰਕੇ ਨਹੀਂ ਕਿ ਉਹ ਕਿਵੇਂ ਸ਼ਰਧਾ ਦੇ ਵਿੱਚ ਕਹਿ ਦਿੱਤਾ ਜਾਂ ਭਗਤੀ ਵਿੱਚ ਕਹਿ ਦਿੱਤਾ ਜਾਂ ਪ੍ਰੇਮ ਦੇ ਵਿੱਚ ਕਹਿ ਦਿੱਤਾ, ਉਵੇਂ ਨਹੀਂ। ਉਹਨਾਂ ਦੇ ਸਾਹਮਣੇ ਆਪਣੇ ਪੂਰਬਲੇ ਸਾਰੇ ਜਨਮਾਂ ਦਾ ਗਿਆਨ ਖੁੱਲ੍ਹਿਆ ਹੋਇਆ ਹੈ ਅਤੇ ਉਹਦੇ ਵਿੱਚੋਂ ਦੇਖਿਆ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਇੱਕ ਜਗ੍ਹਾ ਵਾਕ ਹਨ, ਕਈ ਜਨਮ ਗਰਭ ਹਿਰ ਖਰਿਆ, ਕਿ ਕਈ ਤਾਂ ਐਸੇ ਜਨਮ ਹੋਏ ਕਿ ਪੂਰੀ ਰਚਨਾ ਵੀ ਨਹੀਂ ਪ੍ਰਾਪਤ ਹੋਈ, ਸਰੀਰ ਦਾ ਆਕਾਰ ਵੀ ਨਹੀਂ ਪ੍ਰਾਪਤ ਹੋਇਆ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਮਨੁੱਖ ਕੋਲੋਂ ਜੀਵਨ ਦਾ ਗਿਆਨ ਆਉਂਦਾ ਹੈ, ਫਿਰ ਉਹਨੂੰ ਆਪਣੇ ਜੀਵਨ ਦਾ ਪਤਾ ਲੱਗਦਾ ਹੈ। ਫਿਰ ਜਿਵੇਂ ਉਹ ਅਕਾਲ ਪੁਰਖ ਦੇ ਨਾਲ ਪਹਿਲਾ ਨੁਕਤਾ ਜੋੜ ਦੇਵਾਂ ਕਿ ਫਿਰ ਉਹ ਅਕਾਲ ਪੁਰਖ ਦੀ ਹਸਤੀ ਨੂੰ ਕੀ ਸਮਝਦਾ ਹੈ, ਕਿ ਕਹਿੰਦਾ ਉਹਨੇ ਆਪਣੀ ਜੋਤ ਮੇਰੇ ਇਸ ਸਰੀਰ ਅੰਦਰ ਟਿਕਾ ਕੇ ਮੇਰੇ ਜੀਵਨ ਨੂੰ ਬਣਾਇਆ, ਇਸ ਕਰਕੇ ਮੇਰਾ ਕੋਈ ਮਨੋਰਥ ਵੱਡਾ ਹੈ। ਕੇਵਲ ਛੋਟੇ ਅਰਥਾਂ ਦੇ ਵਿੱਚ ਜੀਵਨ ਜਿਉਂ ਲੈਣਾ ਇਹ ਮੇਰਾ ਜੀਵਨ ਨਹੀਂ ਹੈ। ਇਸ ਕਰਕੇ ਫਿਰ ਉਹਨੂੰ ਸਮਝ ਆਉਂਦੀ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਤੇ ਗੁਰੂ ਸ਼ਬਦ ਨਾਲ ਜੁੜ ਕੇ ਗਿਆਨ ਪ੍ਰਾਪਤ ਹੁੰਦਾ ਹੈ। ਅਤੇ ਫਿਰ ਜਦੋਂ ਮਨੁੱਖ ਦੀ ਸਾਧਨਾ ਕਰਦਾ ਹੈ ਤਾਂ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ, ਕਿ ਸ਼ਬਦ ਦੇ ਨਾਲ ਜੁੜ ਕੇ ਆਪਣਾ ਜੀਵਨ ਸੰਵਾਰਨਾ ਹੈ, ਅਤੇ ਫਿਰ ਉਹਨੂੰ ਮਨੁੱਖਾ ਜਨਮ ਦੇ ਅਰਥ ਖੁੱਲ੍ਹਦੇ ਨੇ। ਇਸ ਤਰ੍ਹਾਂ ਜਦੋਂ ਸਮਝ ਆਉਂਦੀ ਹੈ, ਫਿਰ ਵੀ ਮਨੁੱਖ ਧਰਤੀ 'ਤੇ ਆਪਣਾ ਧਰਮ ਦਾ ਸੰਤੁਲਨ ਪੈਦਾ ਕਰਦਾ ਹੈ, ਕਿਉਂਕਿ ਉਹਨੂੰ ਜੀਵਨ ਦੇ ਵੱਡੇ ਅਰਥ ਪਤਾ ਲੱਗ ਜਾਣਗੇ। ਤਾਂ ਫਿਰ ਉਹ ਸੰਸਾਰ ਦੀ ਪਦਾਰਥਾਂ ਦੀ ਪਕੜ, ਵਿਕਾਰਾਂ ਦੀ ਭਟਕਣ ਛੱਡ ਦੇਵੇਗਾ ਅਤੇ ਇੱਕ ਸੱਚਾ ਸੁੱਚਾ ਜੀਵਨ ਜਿਉਣਾ ਸ਼ੁਰੂ ਕਰੇਗਾ, ਅਤੇ ਉਹਦੇ ਨਾਲ ਧਰਤੀ 'ਤੇ ਧਰਮ ਬਣੇਗਾ। ਇਹ ਦੂਜਾ ਨੁਕਤਾ। ਤੀਜਾ ਨੁਕਤਾ, ਆਪਦੇ ਸਨਮੁਖ ਮਨੁੱਖ ਦੇ ਜੀਵਨ ਸਭ ਤੋਂ ਵੱਡੀ ਸਮੱਸਿਆ ਕੀ ਹੈ, ਜਿਹਨੂੰ ਗੁਰਬਾਣੀ ਵਿੱਚ ਕੂੜ ਕੀ ਪਾਲ ਕਿਹਾ ਗਿਆ, ਉਹ ਕਾਹਦੇ ਕਰਕੇ ਹੈ? ਉਹ ਹੈ ਮਨ ਕਰਕੇ। ਅਤੇ ਮਨ ਜਦੋਂ ਹਉਂ ਦੇ ਸਹਿਤ ਹੋ ਜਾਂਦਾ ਹੈ, ਹੁਣ ਹਉਮੈ ਦਾ ਗਿਆਨ ਸਾਨੂੰ ਪਹਿਲੇ ਪੱਧਰ 'ਤੇ ਇੰਨਾ ਕੀ ਪਤਾ ਹੈ ਕਿ ਮੈਂ ਅਤੇ ਮੇਰੀ ਸ਼ਬਦ ਵਰਤਣੇ ਹਉਮੈ ਨੇ, ਪਰ ਜਦੋਂ ਇਹਨੂੰ ਬੁੱਝਣ ਦਾ ਜ਼ਿਕਰ ਹੋਊਗਾ ਤਾਂ ਫਿਰ ਮਨੁੱਖ ਨੂੰ ਪਤਾ ਲੱਗੇਗਾ ਕਿ ਜਦੋਂ ਮੈਂ ਮੇਰੀ ਸ਼ਬਦ ਨਹੀਂ ਵੀ ਵਰਤਦਾ, ਉਦੋਂ ਵੀ ਮੇਰੇ ਅੰਦਰ ਇੱਕ ਖਿਆਲ ਰੂਪ ਦੇ ਵਿੱਚ ਮੈਂ ਦੀ ਭਾਵਨਾ ਬਣੀ ਰਹਿੰਦੀ ਹੈ। ਇਹਨੂੰ ਕਹਿੰਦੇ ਨੇ ਸੂਖਮ ਹਉਮੈ। ਜਦੋਂ ਇਹ ਵੀ ਮਿਟ ਜਾਂਦੀ ਹੈ ਤਾਂ ਬੜੇ ਨਿਰਲਿਪਤ ਭਾਵ, ਉਹਨੂੰ ਕਹਿੰਦੇ ਅਤੀ ਸੂਖਸ਼ਮ ਹਉਮੈ। ਤਾਂ ਜਿਹੜੀ ਤੀਜਾ ਨੁਕਤਾ ਕਿ ਮਨੁੱਖ ਦੇ ਜੀਵਨ 'ਚ ਸਭ ਤੋਂ ਵੱਡੀ ਸਮੱਸਿਆ ਮਨ ਦੀ ਹੈ। ਸਭ ਤੋਂ ਜ਼ਿਆਦਾ ਸਾਡਾ ਮਨ ਪ੍ਰਭਾਵਿਤ ਹੁੰਦਾ ਹੈ ਮਾਇਆ ਤੋਂ। ਹੁਣ ਕਿਸੇ ਦੀ ਵਸਤ ਚਰਾਉਣ ਦਾ ਜਿਹੜਾ ਫੁਰਨਾ ਹੈ, ਉਹ ਸਰੀਰ ਥੋੜ੍ਹਾ ਪੈਦਾ ਕਰਦਾ ਹੈ, ਉਹ ਤਾਂ ਮਨ ਪੈਦਾ ਕਰਦਾ, ਅਤੇ ਮਨ ਉਹ ਜਿਹੜਾ ਮਾਇਆ ਤੋਂ ਪ੍ਰਭਾਵਿਤ ਹੈ। ਤਾਂ ਕਰਕੇ ਫਿਰ ਤੀਜੀ ਸਮੱਸਿਆ ਮਨੁੱਖ ਦੀ ਮਨ। ਹੁਣ ਜਦੋਂ ਮਨ ਦਾ ਗਿਆਨ ਨਹੀਂ ਹੋਏਗਾ ਤਾਂ ਮਨ ਦੇ ਤਲ 'ਤੇ ਧਰਮੀ ਕਿਵੇਂ ਹੋ ਜਾਏਗਾ? ਹੁਣ ਅਸੀਂ ਗੁਰਬਾਣੀ ਦੇ ਨਾਲ ਜੁੜਾਂਗੇ ਤਾਂ ਪਤਾ ਲੱਗੇਗਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਇਹਦਾ ਅਸਲ ਹੈ। ਪਰ ਨਾਲ ਹੀ ਜ਼ਿਕਰ ਮਿਲੇਗਾ, ਮਨ ਖੁਟਹਰ ਵਿਸਾਸ ਨਹੀਂ ਤੂੰ ਮਹਾ ਉਦਮਾਦਾ, ਖਰਕਾ ਪੈਖਰ ਤਉ ਛੁਟੈ ਜੋ ਉੱਪਰ ਲਾਦਾ, ਕਿ ਮਨਾ ਤੇਰਾ ਵਿਸ਼ਵਾਸ ਨਹੀਂ, ਤੂੰ ਬੜੀ ਜਗ੍ਹਾ ਭਰਮਦਾ ਹੈ। ਭਗਤ ਕਬੀਰ ਸਾਹਿਬ ਜੀ ਆਖਦੇ ਹਨ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ। ਨਾਲ ਫਿਰ ਤੀਜਾ ਪੱਖ ਵੀ ਆਏਗਾ ਕਿ ਮੰਮਾ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ। ਫਿਰ ਇੱਕ ਹੋਰ ਪੱਖ ਨਜ਼ਰ ਆਏਗਾ ਸਾਧਨਾਂ ਦਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਜਦੋਂ ਇਹਨਾਂ ਚੌਵਾਂ ਪੱਖਾਂ ਤੋਂ ਮਨੁੱਖ ਜਾਣੂ ਹੋਵੇਗਾ, ਫਿਰ ਉਹਦੇ ਲਈ ਮਨ ਦਾ ਗਿਆਨ ਖੁੱਲ੍ਹਣਾ ਸ਼ੁਰੂ ਹੋਏਗਾ। ਫਿਰ ਉਹ ਸਮਝੇਗਾ ਕਿ ਮਨ ਕੀ ਹੈ। ਫਿਰ ਇੱਥੇ ਵੀ ਇੱਕ ਸਮੱਸਿਆ ਪੈਦਾ ਹੋ ਜਾਂਦੀ ਹੈ, ਮਨ ਦਾ ਵੀ ਕੋਈ ਰੂਪ ਨਹੀਂ ਹੈ, ਕੋਈ ਰੰਗ ਨਹੀਂ ਹੈ, ਕੋਈ ਆਕਾਰ ਨਹੀਂ ਹੈ, ਇਹ ਵੀ ਕੇਵਲ ਊਰਜਾ ਹੈ। ਜਦੋਂ ਊਰਜਾ ਦੇ ਤਹਿਤ ਇਹ ਸਕਾਰਾਤਮਕਤਾ ਪੈਦਾ ਕਰਦਾ ਹੈ, ਉਦੋਂ ਬੰਦੇ ਅੰਦਰ ਸ਼ੁਭ ਸੰਕਲਪ ਪੈਦਾ ਹੁੰਦੇ ਨੇ, ਅਤੇ ਜਦੋਂ ਇਹਦੇ ਅੰਦਰ ਨੈਗੇਟਿਵ ਊਰਜਾ ਚੱਲਦੀ ਹੈ, ਉਦੋਂ ਬੁਰੇ ਖਿਆਲ ਪੈਦਾ ਹੁੰਦੇ ਨੇ। ਇਸ ਕਰਕੇ ਜਿਹਦੇ ਕੋਲੋਂ ਗਿਆਨ ਨਹੀਂ ਹੋਏਗਾ, ਉਹ ਮਨ ਦੇ ਫੁਰਨਿਆਂ ਨੂੰ ਨਹੀਂ ਪਕੜ ਸਕੇਗਾ ਅਤੇ ਫੁਰਨਿਆਂ ਨੂੰ ਨਿਵਰਤ ਨਹੀਂ ਕਰ ਸਕੇਗਾ। ਹੁਣ ਇਹਦੇ ਵਿੱਚੋਂ ਹੀ ਸਮਝ ਆਏਗੀ। ਹੁਣ ਮਨ ਦੇ ਅੰਦਰ ਮੰਨ ਲਓ ਬੁਰਾ ਖਿਆਲ ਆ ਗਿਆ ਕੋਈ, ਇਹ ਆਉਣਾ ਸੀ ਯਕੀਨਨ, ਕਿਉਂਕਿ ਮਨ ਮਾਇਆ ਤੋਂ ਪ੍ਰਭਾਵਿਤ ਹੈ। ਹੁਣ ਇਸ ਫੁਰਨੇ ਨੂੰ ਕਰਮ ਬਣਨ ਤੋਂ ਰੋਕਣ, ਫੁਰਨੇ ਨੂੰ ਵਿਚਾਰ ਬਣਨ ਤੋਂ ਰੋਕਣ ਦੇ ਲਈ, ਕਿਉਂਕਿ ਤਿੰਨ ਗੱਲਾਂ ਨੇ। ਫੁਰਨੇ ਦਾ ਭਾਵ ਫੁਰਨਾ ਕਈ ਵਾਰੀ ਪਤਾ ਵੀ ਨਹੀਂ ਲੱਗਦਾ, ਅਤੇ ਜਿਹੜੀ ਸਾਈਕੋਲੋਜੀ ਆਖਦੀ ਹੈ ਕਿ ਮਨੁੱਖ ਦੇ ਇੱਕ ਚੇਤਨਸ਼ੀਲ ਮਨੁੱਖ ਦੇ ਦਿਨ ਦੇ ਵਿੱਚ 60,000 ਫੁਰਨੇ ਉਹਦੇ ਮਨ ਵਿੱਚ ਆਉਂਦੇ ਹਨ। ਜਿਹੜੇ ਬੜੇ ਤਿੱਖੇ ਬੰਦੇ ਹੁੰਦੇ ਹਨ ਬੁੱਧੀ ਦੇ ਮਨ ਦੇ ਤਲ 'ਤੇ, ਉਹ ਉਹਨਾਂ ਦੇ ਵਿੱਚੋਂ ਕੇਵਲ 2 ਤੋਂ 3 ਹਜ਼ਾਰ ਫੁਰਨਾ ਪਕੜ ਸਕਦੇ ਨੇ। 60,000 ਦੇ ਵਿੱਚੋਂ 2-3 ਹਜ਼ਾਰ ਜਿਹੜੇ ਫਿਰ ਕਹਿੰਦੇ ਉਹਨਾਂ ਵਿੱਚੋਂ ਪਕੜ ਬੜੇ ਲੈਂਦੇ ਨੇ, ਪਰ ਉਹਨਾਂ ਨੂੰ ਨਿਵਰਤ ਕਰਨ ਦੀ ਸਾਧਨਾ ਬੜਿਆਂ ਘੱਟ ਕੋਲ ਹੁੰਦੀ ਹੈ।
ਇਸ ਕਰਕੇ ਫੁਰਨਾ ਕਦੋਂ ਖਿਆਲ ਬਣ ਜਾਂਦਾ ਹੈ, ਖਿਆਲ ਬਣ ਕੇ ਕਦੋਂ ਵਿਚਾਰ ਬਣ ਜਾਂਦਾ ਹੈ, ਅਤੇ ਵਿਚਾਰ ਬਣ ਕੇ ਕਦੋਂ ਕਰਮ ਬਣ ਜਾਂਦਾ ਹੈ, ਇਹ ਮਨੁੱਖਾਂ ਨੂੰ ਪਤਾ ਹੀ ਨਹੀਂ ਲੱਗਦਾ। ਤਾਂ ਕਰਕੇ ਫਿਰ ਜਦੋਂ ਮਨ ਦਾ ਗਿਆਨ ਹੋਵੇ ਅਤੇ ਮਨੁੱਖ ਆਪਣੇ ਜਿਹੜਾ ਫੁਰਨੇ ਆ ਉਹਨਾਂ ਨੂੰ ਪਕੜਨ ਦਾ ਯਤਨ ਕਰਦਾ। ਬਾਬਾ ਬੁੱਲੇ ਸ਼ਾਹ ਦੀ ਨਾ ਇੱਕ ਕਾਫੀ ਹੈ, ਉਹਦੇ ਵਿੱਚ ਉਹਨਾਂ ਨੇ ਮਤਲਬ, ਮੈਂ ਕਾਫੀ ਨਹੀਂ ਦੱਸਾਂਗਾ, ਉਹਦਾ ਅਰਥ ਆਪਦੇ ਸਨਮੁਖ ਰੱਖਦੇ ਆ। ਉਹ ਕਹਿੰਦੇ ਵੀ ਬਾਹਰ ਉੱਡਦੇ ਪੰਛੀ ਤੋਂ ਰੋਜ਼ ਫੜਦਾ ਹੈ, ਉਹਨਾਂ ਨੂੰ ਜਾਲ ਵੀ ਪਾ ਲੈਂਦਾ, ਓਨਾ ਉੱਚਾ ਵੀ ਹੋ ਜਾਣਾ ਜਿੰਨੇ ਪੰਛੀ ਨੇ, ਪਰ ਜਿਹੜੇ ਤੇਰੇ ਮਨ ਦੇ ਫੁਰਨੇ ਰੋਜ਼ ਉੱਡ ਰਹੇ ਨੇ, ਕਦੇ ਉਹਨਾਂ ਨੂੰ ਵੀ ਜਾਲ ਪਾਉਣ ਦਾ ਯਤਨ ਕਰ। ਕਿਉਂਕਿ ਅਸੀਂ ਹੁਣ, ਸਾਡਾ ਪੰਜਾਬ ਦਾ ਨੈਰੇਟਿਵ ਬੜਾ ਕਮਜ਼ੋਰ ਹੈ, ਨਾ ਸੂਫੀਆਂ ਦੀ ਗੱਲ ਹੁੰਦੀ ਹੈ, ਨਾ ਗੁਰਬਾਣੀ ਦੀ ਗੱਲ ਹੁੰਦੀ ਹੈ, ਬਸ ਅਸੀਂ ਹਲਕੇ ਜਿਹੇ ਚੱਲੀ ਜਾ ਰਹੇ। ਤਾਂ ਇਸੇ ਤਰ੍ਹਾਂ ਜਦੋਂ ਮਨੁੱਖ ਗੁਰੂ ਸ਼ਬਦ ਨਾਲ ਜੁੜਦਾ ਹੈ, ਹੁਣ ਜਿਵੇਂ ਇਸ ਦੀ ਸਾਧਨਾ ਪੱਖ ਆਪਦੇ ਸਨਮੁਖ ਰੱਖਦੇ ਹਾਂ। ਮਨੁੱਖ ਸਵੇਰ ਵੇਲੇ ਉੱਠਿਆ, ਬੁੱਧੀ ਦੇ ਅੰਦਰ ਗਿਆਨ ਦ੍ਰਿੜ ਹੈ ਕਿ ਅੰਮ੍ਰਿਤ ਵੇਲਾ ਉੱਠਿਆ ਹੈ, ਤਾਂ ਗੁਰੂ ਸ਼ਬਦ ਨਾਲ ਜੁੜ ਕੇ ਇਹਨੂੰ ਸਫਲ ਕਰ ਲੈ। ਇਹ ਜਿਹੜਾ ਖਿਆਲ ਆਉਂਦਾ ਹੈ, ਫੁਰਨਾ ਆਉਂਦਾ ਹੈ, ਇਹਨੂੰ ਸੰਕਲਪ ਕਿਹਾ ਜਾਂਦਾ ਹੈ। ਅਤੇ ਸੰਕਲਪ ਵਿਕਲਪ ਬਣਦਿਆਂ ਕੋਈ ਬਹੁਤ ਘੱਟ ਸੈਕਿੰਡ ਲੱਗਦੇ ਨੇ। ਦੂਜੇ ਪਾਲੀ ਫੁਰਨਾ ਆਇਆ ਕਿ ਚਲੋ ਕੁਝ ਘੰਟੇ ਹੋਰ ਆਰਾਮ ਕਰ ਲਈਏ। ਹੁਣ ਸੰਕਲਪ ਦੇ ਵਿਕਲਪ ਇੱਕੋ ਹੀ ਸਮੇਂ ਫੁਰਿਆ ਹੈ। ਹੁਣ ਇਸ ਗੱਲ ਦੇ ਵਿੱਚ ਜਿਹੜਾ ਸੰਕਲਪ ਨੂੰ ਬੁੱਧੀ ਵਿੱਚ ਲਿਜਾ ਕੇ ਅਤੇ ਬੁੱਧੀ ਦੇ ਸਹਾਰੇ ਦੇ ਨਾਲ ਕਰਮ ਵਿੱਚ ਤਬਦੀਲ ਕਰ ਲਏਗਾ, ਉਹਨੂੰ ਹੀ ਮਨ ਕਾ ਸਾਧਕ ਕਿਹਾ ਜਾਏਗਾ, ਦੂਜਾ ਨਹੀਂ। ਜਿਵੇਂ ਗੁਰਬਾਣੀ ਵਿੱਚ ਆਉਂਦਾ ਨਾ ਕਿ ਮੰਮਾ ਮਨ ਸਿਉ ਕਾਜ ਹੈ ਮਨ ਸਾਧੇ। ਮਨ ਸਾਧੇ ਦਾ ਮਤਲਬ ਕੀ ਹੈ ਕਿ ਜਿਹੜਾ ਸੰਕਲਪ ਆਇਆ ਸ਼ੁਭ, ਉਹਨੂੰ ਕਰਮ ਵਿੱਚ ਤਬਦੀਲ ਕਰਨਾ। ਤਾਂ ਜਦੋਂ ਮਨੁੱਖ ਇਸ ਤਰ੍ਹਾਂ ਦਾ ਗਿਆਨ ਤੀਖਣ ਕਰਦਾ ਤਾਂ ਫਿਰ ਉਹਦੇ ਜੀਵਨ ਦੀ ਸੰਭਾਲ ਹੁੰਦੀ। ਇਸ ਕਰਕੇ ਜਹਾਂ ਗਿਆਨ, ਜਿੱਥੇ ਮਨ ਦਾ ਗਿਆਨ ਹੈ। ਹੁਣ ਉਦਾਹਰਨ ਦੇ ਤੌਰ 'ਤੇ ਬਾਹਰੀ ਤੌਰ 'ਤੇ ਬੰਦਾ ਚੋਰੀ ਨਾ ਕਰੇ, ਅਪਰਾਧ ਨਾ ਕਰੇ, ਕੁਝ ਵੀ ਨਾ ਕਰੇ। ਇਹ ਤਾਂ ਹੋ ਸਕਦਾ ਕਈ ਬੰਦਿਆਂ ਦਾ ਜ਼ਬਤ ਬੜਾ ਕਮਾਲ ਦਾ ਹੁੰਦਾ, ਮੈਂ ਦੇਖਿਆ ਹੋਇਆ ਆਪਣੇ ਨਿੱਜੀ ਜੀਵਨ ਦੇ ਵਿੱਚ, ਕਿ ਉਹ ਸਾਰੀ ਜ਼ਿੰਦਗੀ ਉਹ ਕ੍ਰੋਧ ਦੇ ਵਿੱਚ ਇੱਕ ਵਾਕ ਨਹੀਂ ਬੋਲੇ, ਪਰ ਅੰਦਰ ਕ੍ਰੋਧ ਦੀ ਅਗਨ ਰੋਜ਼ ਮੱਗਦੀ ਰਹਿੰਦੀ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਹਾਂ ਗਿਆਨ, ਜਿੱਥੇ ਮਨ ਦਾ ਦੀਰਘ ਗਿਆਨ ਹੋਏਗਾ ਤਹਾਂ ਧਰਮ ਹੈ। ਉੱਥੇ ਧਰਮ ਦਾ ਭਾਵ ਕੀ ਹੈ ਕਿ ਫਿਰ ਮਨੁੱਖ ਅਧਿਆਤਮਿਕ ਤਲ 'ਤੇ ਆਪਣੇ ਮਨ ਨੂੰ ਵੀ ਵਿਸ਼ਵਾਸ ਰੱਖੇਗਾ ਕਿ ਜੇ ਬਾਹਰੀ ਮਾੜੇ ਕਰਮਾਂ ਤੋਂ ਰੋਕ ਲਿਆ ਹੈ ਅਤੇ ਬਾਹਰੀ ਤੌਰ 'ਤੇ ਉੱਚਤਮ ਕਰਮ ਕਰ ਲਏਗਾ, ਅਤੇ ਉਹਦੀ ਅੰਤਰੀਵ ਭਾਵਨਾ ਨੂੰ ਵੀ, ਉਹਦੀ ਅੰਤਰੀਵ ਮਨਸ਼ਾ ਨੂੰ ਵੀ ਸ਼ੁੱਧ ਕਰ ਲਵਾਂ। ਇਹ ਗੱਲ ਗਿਆਨ ਸਮਝਣ ਦੇ ਵਿੱਚ ਹੀ ਮਦਦ ਕਰੇਗਾ। ਇਸ ਕਰਕੇ ਦੀਰਘ ਗਿਆਨ। ਪਰ ਇਹ ਨੁਕਤਾ ਯਾਦ ਰੱਖਣਾ ਕਿ ਗਿਆਨ ਦੇ 3 ਪੱਧਰ ਮੈਂ ਆਪ ਜੀ ਦੇ ਨਾਲ ਪਹਿਲਾਂ ਸਾਂਝੇ ਕੀਤੇ ਨੇ, ਕਿ ਗਿਆਨ ਦਾ ਅਰਥ ਬੋਧ, ਗਿਆਨ ਦਾ ਅਰਥ ਬੁੱਝਣਾ, ਅਤੇ ਗਿਆਨ ਦਾ ਅਰਥ ਅਨੁਭਵ ਗ੍ਰਹਿਣ ਕਰਨਾ। ਜਿਵੇਂ ਹੁਣ ਅਨੁਭਵ ਗ੍ਰਹਿਣ ਕਰਨਾ ਕੀ ਹੈ, ਭਗਤ ਕਬੀਰ ਸਾਹਿਬ ਜੀ ਦਾ ਮੈਂ ਵਾਕ ਆਪ ਜੀ ਦੇ ਨਾਲ ਅਰਜ਼ ਕੀਤਾ ਹੈ ਕਿ ਮਨ ਖੁਟਹਰ ਵਿਸਾਸ ਨਹੀਂ। ਕਹਿੰਦੇ ਕਿ ਜੇ ਉਹਦੇ ਵਿੱਚ ਭਗਤ ਕਬੀਰ ਸਾਹਿਬ ਜੀ ਉਦਾਹਰਣ ਕੀ ਦੇ ਰਹੇ ਨੇ ਕਿ ਮਨ ਖੋਤੇ ਵਰਗਾ ਹੈ, ਇਹ ਉਂਝ ਵੱਸ ਨਹੀਂ ਆਉਣ ਵਾਲਾ। ਜਦੋਂ ਇਹਦੇ 'ਤੇ ਭਾਰ ਲੱਦਦੀ ਹੈ ਫਿਰ ਹੀ ਇਹ ਸਿੱਧੇ ਰਾਹ 'ਤੇ ਚੱਲਦਾ ਹੈ। ਹੁਣ ਇਸ ਕਿਰਿਆ ਦੁਆਰਾ ਆਪਣੇ ਮਨ, ਆਪਣਾ ਅਨੁਭਵ ਕਮਾਉਣਾ, ਇਹ ਤਾਂ ਭਗਤ ਕਬੀਰ ਸਾਹਿਬ ਜੀ ਨੇ ਅਨੁਭਵ ਰੱਖ ਦਿੱਤਾ ਨਾ ਸਾਡੇ ਸਾਹਮਣੇ। ਤਾਂ ਆਪਣਾ ਅਨੁਭਵ ਕਮਾਉਣਾ ਕਿ ਜਿਹੜਾ ਮੇਰਾ ਮਨ ਅਕਸਰ ਆਕੀ ਹੁੰਦਾ ਰਹਿੰਦਾ ਸੀ, ਜਿਹੜਾ ਗੁਰੂ ਘਰ ਨਹੀਂ ਜਾਣਾ ਚਾਹੁੰਦਾ, ਗੁਰੂ ਸ਼ਬਦ ਨਾਲ ਨਹੀਂ ਜੁੜਨਾ ਚਾਹੁੰਦਾ, ਕੋਈ ਅਧਿਆਤਮ ਦੀ ਕਾਰ ਨਹੀਂ ਕਮਾਉਣੀ ਚਾਹੁੰਦਾ, ਇਹਨੂੰ ਜੇ ਹੁਣ ਮੈਂ ਗੁਰੂ ਘਰ ਲਿਆ ਰਿਹਾ, ਸ਼ਬਦ ਦੀ ਵਿਚਾਰ ਨਾਲ ਜੋੜ ਰਿਹਾ, ਅਤੇ ਇਸ ਖੋਤੇ ਵਰਗੇ ਮਨ ਆਕੀ ਹੋਏ ਦੇ ਉੱਪਰ ਇਹ ਬੰਦਗੀ ਦਾ ਧਨ ਲੱਦ ਕੇ ਉਹਨੂੰ ਸਿੱਧੇ ਰਸਤੇ ਕਿਵੇਂ ਪਾਇਆ, ਇਸ ਗੱਲ ਨੂੰ ਜਦੋਂ ਆਪ ਕਮਾ ਕੇ ਆਪ ਸਮਝਣਾ, ਬੁੱਝਣਾ, ਮਹਿਸੂਸ ਕਰਨਾ ਹੈ, ਇਹਨੂੰ ਸ਼ਬਦ ਦਾ ਅਨੁਭਵ ਕਹਿੰਦੇ ਨੇ। ਅੱਜ ਸਾਡੀ ਸਮੱਸਿਆ ਪਤਾ ਕਿ ਉਹ ਧਰਮ ਕਿਉਂ ਨਹੀਂ ਸਾਡੇ ਜੀਵਨ 'ਚ ਝਲਕ ਰਿਹਾ, ਕਿ ਅਸੀਂ ਉਹਨੂੰ ਜਾਣਕਾਰੀ ਦਾ ਵਿਸ਼ਾ ਬਣਾ ਰਹੇ ਹਾਂ। ਮੈਨੂੰ ਜੀ ਧਰਮ ਦੇ 10 ਗੁਣਾਂ ਬਾਰੇ ਜਾਣਕਾਰੀ ਹੈ, ਪਰ ਇਸੇ ਕਰਕੇ ਮੈਂ ਕਿਸੇ ਨਾ ਸੂਫੀ ਫਕੀਰ ਦੇ ਕਥਨ ਪੜ੍ਹੇ ਸਨ। ਕਹਿੰਦਾ ਜਦੋਂ ਧਰਮ ਦੇ ਵੱਡੇ ਅਨੁਭਵ ਕਮਾਏ ਜਾਣ ਨਾ, ਅਤੇ ਇੱਕ ਇਸਤਰੀ ਦੀ ਪ੍ਰਸੂਤ ਦੀ 100 ਗੁਣਾ ਪੀੜਾ ਉਸ ਬੰਦੇ ਨੂੰ ਸਹਾਰਨੀ ਪੈਂਦੀ ਹੈ। ਜਿਵੇਂ ਕਿ ਇਸਤਰੀ ਬੱਚੇ ਨੂੰ ਜਨਮ ਦਿੰਦੀ ਮੌਤ ਵਰਗੀ ਪੀੜ 'ਚੋਂ ਗੁਜ਼ਰਦੀ ਹੈ, ਅਤੇ ਕਹਿੰਦਾ ਜਦੋਂ ਧਰਮ ਦੇ ਵੱਡੇ ਅਨੁਭਵ ਕਮਾਏ ਜਾਣ ਨਾ, ਉਦੋਂ ਮਨੁੱਖ ਨੂੰ ਇਹੋ ਜਿਹੀਆਂ 100 ਪੀੜਾਂ ਦੇ ਵਿੱਚੋਂ ਇੱਕ ਦਿਨ ਦੇ ਵਿੱਚ ਗੁਜ਼ਰਨਾ ਪੈਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਹਾਂ ਗਿਆਨ ਤਹ ਧਰਮ ਹੈ। ਜਦੋਂ ਇਸ ਕਰਕੇ ਫਿਰ ਮਨੁੱਖ ਆਪਣਾ ਅਨੁਭਵ ਕਮਾਉਣਾ ਉਹਦੇ ਵਿੱਚੋਂ। ਜਿਵੇਂ ਅੰਤਰਗਤ ਤੀਰਥ ਮਲ ਨਹਾਓ ਰੋਜ਼ਾਨਾ ਪੜ੍ਹਦੇ ਹਾਂ, ਪਰ ਰੋਜ਼ ਇਸ ਗੱਲ ਦਾ ਕਰਮ ਕਰਕੇ ਮਹਿਸੂਸ ਕਰਨਾ ਕਿ ਜਦੋਂ ਬਾਣੀ ਪੜ੍ਹਦਾ ਹਾਂ, ਬਾਣੀ ਦੀ ਵਿਚਾਰ ਕੀਰਤਨ ਸ਼ਰਵਣ ਕਰਦਾ, ਤਾਂ ਉਸ ਤੋਂ ਬਾਅਦ ਜਿਵੇਂ ਬੰਦੇ ਥੱਕ ਟੁੱਟ ਕੇ ਆਉਂਦੇ ਨੇ ਅਤੇ ਆ ਕੇ ਇਸ਼ਨਾਨ ਕਰਦੇ ਨੇ, ਕਹਿੰਦੇ ਫਰੈਸ਼ ਹੋਣ ਲੱਗਾ। ਬਾਣੀ ਦੇ ਪਾਠ ਕਰਨ ਤੋਂ ਬਾਅਦ ਉਹਦੇ ਤੋਂ ਕਿਤੇ ਵਧੇਕ ਤਾਜ਼ਗੀ ਦਾ ਅਹਿਸਾਸ ਕਰਨਾ, ਇਹ ਫਿਰ ਪਤਾ, ਇਹਨੂੰ ਕਹਿੰਦੇ ਅਨੁਭਵ ਕਮਾਉਣਾ। ਪਤਾ ਲੱਗੇਗਾ ਕਿ ਮੈਂ ਅੰਤਰਗਤ ਤੀਰਥ ਦਾ ਇਸ਼ਨਾਨ ਕਰਕੇ ਉੱਠਿਆ, ਭਾਵ ਕਿ ਬਾਣੀ ਪੜ੍ਹ ਕੇ। ਤਾਂ ਕਰਕੇ ਸ਼ਬਦ ਦੇ ਅਨੁਭਵ ਨੂੰ ਵੀ ਕਮਾਉਣਾ ਚਾਹੀਦਾ ਹੈ। ਤੀਜਾ ਪੱਖ ਹੈ, ਜਦੋਂ ਮਨ ਦਾ ਦੀਰਘ ਗਿਆਨ ਹੋਏਗਾ,
ਹੁਣ ਇਹਦੇ ਵਿੱਚ ਅੱਗੇ ਬੜਾ ਡੈਪਥ ਦਾ ਗਿਆਨ ਹੈ, ਮੈਂ ਤਾਂ ਚਲੋ ਸੰਖੇਪ ਨੁਕਤੇ ਰੱਖ ਰਿਹਾ ਸਮੇਂ ਦੀ ਸੀਮਾ ਦੇ ਹਿਸਾਬ ਨਾਲ। ਤਾਂ ਅੱਗੇ ਹੁੰਦਾ ਜਹਾਂ ਗਿਆਨ, ਜਦੋਂ ਮਨ ਦਾ ਧੀਰਜ ਗਿਆਨ, ਹੁਣ ਜਦੋਂ ਅਸੀਂ ਗੁਰਬਾਣੀ ਵਿੱਚ ਜੁੜਾਂਗੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉੱਡ ਉੱਡ ਦਹਿ ਦਿਸ ਜਾਏ। ਹੁਣ ਮਨ ਦੀਆਂ 10 ਦਿਸ਼ਾਵਾਂ ਨੇ। ਹੁਣ ਉਸ ਤੋਂ ਬਾਅਦ ਜਿਹੜਾ ਮਨ ਦਾ ਧੀਰਜ ਗਿਆਨ, ਉਹਦੇ ਵਿੱਚ ਕਹਿੰਦੇ 5 ਵਿਕਾਰ, ਉਹਨਾਂ ਦੀਆਂ 25 ਪ੍ਰਵਿਰਤੀਆਂ, 25 ਪ੍ਰਵਿਰਤੀਆਂ ਦੇ ਅੱਗੇ 4-4 ਬਿਰਤੀਆਂ, 4-4 ਬਿਰਤੀਆਂ ਦੇ ਅੱਗੇ 8-8 ਲੱਛਣ। ਇੰਨਾ ਜ਼ਿਆਦਾ ਦੀਰਘ ਮਨ ਦਾ ਗਿਆਨ ਹੈ। ਜਦੋਂ ਬੰਦਾ ਇਸ ਸਾਰੇ ਨੂੰ ਚੁਣ ਕੇ ਸਮਝੇਗਾ, ਹੁਣ ਇੱਕ ਹੀ ਰੱਖਦੇ ਹਾਂ ਆਪ ਦੇ ਸਨਮੁਖ ਵੀ ਮਨ ਦੀ ਇੱਕ ਉਹਦੀ ਮੁੱਖ ਪ੍ਰਵਿਰਤੀ ਹੈ ਲੋਭ। ਲੋਭ ਦੀਆਂ ਅੱਗੇ 5 ਪ੍ਰਵਿਰਤੀਆਂ ਕੀ ਨੇ? ਲੋਭ ਦਾ ਪਹਿਲੇ 5 ਪ੍ਰਵਿਰਤੀਆਂ ਨੇ ਆਕਰਸ਼ਣ ਹੋਣਾ, ਮਤਲਬ ਕਿਸੇ ਵਸਤੂ ਨੂੰ ਦੇਖ ਕੇ ਚੋਰੀ ਕਰਨ ਦਾ, ਹਥਿਆਉਣ ਦਾ ਖਿਆਲ ਆਉਣਾ। ਦੂਜੀ ਪ੍ਰਵਿਰਤੀ ਹੈ ਕਿ ਜਦੋਂ ਉਹ ਅੱਖਾਂ ਦੁਆਰਾ ਨਹੀਂ ਦੇਖ ਸਕਦਾ, ਜਦੋਂ ਰਾਤ ਨੂੰ ਸੌਂ ਗਿਆ, ਉਸ ਸਮੇਂ ਦੇ ਵਿੱਚ ਕਲਪਨਾ ਦੁਆਰਾ ਉਸ ਚੀਜ਼ ਦਾ ਲੋਭ ਕਰੀ ਜਾਣਾ, ਇਹਨੂੰ ਕਲਪਨਾਤਮਕ ਲੋਭ ਪ੍ਰਵਿਰਤੀ ਕਹਿੰਦੇ ਨੇ। ਤੀਜੀ ਹੈ ਆਕਰਸ਼ਣ ਬਿਰਤੀ। ਉਹ ਕੀ ਹੈ ਕਿ ਪਤਾ ਵਸਤ ਨਹੀਂ ਚਰਾ ਸਕਦਾ, ਆਉਣੀ ਵੀ ਨਹੀਂ ਕੋਲ, ਅਤੇ ਕਦੇ ਕਦੇ ਦੁਕਾਨ 'ਤੇ ਖਲੋ ਕੇ ਉਹਨੂੰ ਛੋਹ ਕੇ ਆਪਣੀ ਲੋਭ ਦਾ ਅਹਿਸਾਸ ਪੂਰਾ ਕਰ ਲੈਣਾ। ਇੰਜ ਪ੍ਰਵਿਰਤੀਆਂ ਅਤੇ ਅੱਗੇ ਬਿਰਤੀਆਂ ਹੁੰਦੀਆਂ ਨੇ। ਤਾਂ ਫਿਰ ਅੱਗੇ ਜਾ ਕੇ ਦੇਖ ਲਓ, ਆਪ ਜੀ ਹਿਸਾਬ ਲਾ ਲਓ ਮਨ ਦਾ ਕਿੰਨਾ ਗਿਆਨ ਹੋਏਗਾ। ਜਿਹੜੀ 108 ਮਣਕਿਆਂ ਦੀ ਮਾਲਾ ਬਣੀ ਹੈ ਨਾ, ਉਹ ਵੀ ਇਸੇ ਕਰਕੇ ਬਣੀ ਹੈ। ਉਹਨਾਂ ਨੇ ਹਰੇਕ ਮਣਕੇ ਦੁਆਰਾ ਮਨ ਦੀ ਬਿਰਤੀ ਨੂੰ ਨਿਵਾਰਨ ਦਾ ਇੱਕ ਗਿਆਨ ਬਣਾਇਆ ਹੋਇਆ ਅਤੇ ਉਹ ਪ੍ਰਤੀਕ ਬਣਾਇਆ ਹੋਇਆ। ਵੱਖਰੀ ਗੱਲ ਹੈ, ਸਾਨੂੰ ਦੀਰਘਤਾ ਦੇ ਨਾਲ ਸਮਝ ਨਹੀਂ ਆਉਂਦਾ, ਅਸੀਂ ਉਹਦਾ ਨਿਸ਼ੇਧ ਕਰ ਦਿੰਦੇ ਹਾਂ। ਪਰ ਜਿਨ੍ਹਾਂ ਨੇ, ਜਿਵੇਂ ਜੈਨ ਮਤ ਦੇ ਗ੍ਰੰਥ ਨੇ, ਉਹਨਾਂ ਵਿੱਚ ਉਹਨਾਂ ਨੇ ਮਨ ਦੀਆਂ 108 ਬਿਰਤੀਆਂ ਦੱਸੀਆਂ ਹੋਈਆਂ ਨੇ ਕਿ ਜਿਹੜਾ ਇਹਨਾਂ ਨੂੰ ਜਾਣ ਲੈਂਦਾ ਫਿਰ ਉਹਦੀ ਗਿਆਨ ਰੂਪ ਮਾਲਾ ਬਣਾ ਕੇ ਅਭਿਆਸ ਕਰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਗਿਆਨ ਤਹਾਂ ਧਰਮ ਹੈ। ਜਦੋਂ ਮਨ ਦਾ ਧੀਰ ਗਿਆਨ ਹੋਏਗਾ ਅਤੇ ਫਿਰ ਮਨੁੱਖ ਜਿਹੜਾ ਹੈ ਧਰਮ ਦੇ ਸੰਤੁਲਨ ਨੂੰ ਕਾਇਮ ਕਰ ਸਕੇਗਾ, ਆਪਣੇ ਮਨ ਦੇ ਤਲ 'ਤੇ ਧਰਮੀ ਹੋ ਸਕੇਗਾ। ਹੁਣ ਚੌਥਾ ਪੱਖ ਆਪ ਦੇ ਸਨਮੁਖ ਰੱਖਦੇ ਹਾਂ। ਚੌਥਾ ਪੱਖ ਹੈ ਕਿ ਧਰਮ ਦੀ ਅਸਲ ਸਾਧਨਾ ਕੀ ਹੁੰਦੀ ਹੈ। ਹੁਣ ਅਸੀਂ ਕਹਿੰਦੇ ਅਸੀਂ ਧਾਰਮਿਕ ਹਾਂ, ਠੀਕ ਹੈ, ਧਾਰਮਿਕ ਹਾਂ, ਸਾਨੂੰ ਇਹਦੇ ਕਿੰਨਾ ਕੁ ਗਿਆਨ ਹੈ। ਜੇ ਮੈਂ ਰੋਜ਼ਾਨਾ ਗੁਰੂਦੁਆਰ ਜਾਂਦਾ ਹਾਂ, ਸੇਵਾ ਕਰਦਾ ਹਾਂ, ਬਾਣੀ ਪੜ੍ਹਦਾ ਹਾਂ, ਮੈਂ ਧਾਰਮਿਕ ਹਾਂ। ਪਰ ਜੇ ਗਿਆਨ ਦੇ ਨੁਕਤੇ ਤੋਂ ਬੁੱਝਣਾ ਹੋਵੇ ਕਿ ਮੈਂ ਧਾਰਮਿਕ ਕਿਵੇਂ ਹਾਂ, ਜਿਹੜਾ ਧਾਰਮਿਕ ਉਹ ਵੀ ਗਿਆਨ ਦੇ ਨਾਲ ਹੀ ਹੋਇਆ ਜਾ ਸਕਦਾ, ਬਿਨਾਂ ਗਿਆਨ ਤੋਂ ਨਹੀਂ ਹੋਇਆ ਜਾ ਸਕਦਾ। ਇਸ ਕਰਕੇ ਇੱਕ ਸੂਫੀ ਫਕੀਰ ਦਾ ਕਥਨ ਹੈ ਕਿ ਜਿਹੜਾ ਇਲਮ ਤੋਂ ਵਿਹੂਣਾ ਸਾਧਕ ਹੁੰਦਾ ਹੈ ਨਾ, ਇਲਮ ਤੋਂ ਭਾਵ ਗਿਆਨ ਤੋਂ ਵਿਹੂਣਾ ਜਿਹੜਾ ਸਾਧਕ ਹੁੰਦਾ ਹੈ, ਉਹ ਸ਼ੈਤਾਨ ਦਾ ਹੱਥ ਠੋਕਾ ਹੁੰਦਾ ਹੈ ਕਿ ਜਦੋਂ ਕਦੋਂ ਮਰਜ਼ੀ ਸ਼ੈਤਾਨ ਉਹਦੇ ਉਲਟ ਕਰਮ ਕਰਾ ਲੇ। ਇਸ ਕਰਕੇ ਇਲਮ ਜ਼ਰੂਰੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਹਾਂ ਗਿਆਨ ਤਹਿ ਧਰਮ ਹੈ। ਹੁਣ ਧਰਮ ਹੋਣ ਦੇ ਲਈ, ਸਾਡੇ ਮਨੁੱਖਾ ਜੀਵਨ ਦਾ ਪ੍ਰਯੋਜਨ ਧਰਮੀ ਹੋਣਾ ਹੈ, ਤਾਂ ਇਹਦੇ ਲਈ ਗਿਆਨ ਕਿਵੇਂ ਜ਼ਰੂਰੀ ਹੈ? ਉਹਦੇ ਲਈ ਸਭ ਤੋਂ ਪਹਿਲਾਂ ਕਿਹਾ ਜਾਂਦਾ, ਫਿਰ ਮਨੁੱਖ ਪੁੱਛੇਗਾ ਧਰਮ ਦਾ ਅਰਥ ਕੀ ਹੁੰਦਾ ਹੈ? ਧਰਮ ਦਾ ਅਰਥ ਹੁੰਦਾ ਧਰੀ ਧਾਤੂ ਤੋਂ ਬਣਿਆ ਭਾਵ ਕੇ ਧਾਰਨ ਕਰਨਾ, ਐਸੇ ਉੱਚੇ ਸੁੱਚੇ ਜੀਵਨ ਦੀ ਮਰਜ਼ਾਦਾ ਨੂੰ ਧਾਰਨ ਕਰਨਾ ਜਿਹਦੇ ਨਾਲ ਪਤਾ ਲੱਗ ਸਕੇ ਕਿ ਮਨੁੱਖ ਧਰਤੀ 'ਤੇ ਸਭ ਤੋਂ ਉੱਤਮ ਜੂਨ ਹੈ। ਇਸ ਕਰਕੇ ਫਿਰ ਮਨੁੱਖ ਗਿਆਨ ਦੀ ਤਲਾਸ਼ ਆਰੰਭ ਕਰੇਗਾ ਅਤੇ ਫਿਰ ਉਹਨੂੰ 10 ਨੁਕਤੇ ਮਿਲਣਗੇ ਕਿ ਧਰਮ ਦੇ 10 ਲੱਛਣ ਹੁੰਦੇ ਨੇ। ਜਿਹੜਾ ਇਹਨਾਂ 10 ਲੱਛਣਾਂ ਨੂੰ ਧਾਰਨ ਕਰਦਾ ਉਹ ਧਾਰਮਿਕ ਹੁੰਦਾ ਹੈ। ਅੱਜ ਕੀ ਹੈ, ਅੱਜ ਗਿਆਨ ਨਾ ਹੋਣ ਕਰਕੇ ਧਰਮ ਦੇ ਨਾਂ 'ਤੇ ਪਾਖੰਡ ਬੜਾ। ਜੇ ਗਿਆਨ ਹੋਵੇ ਤਾਂ ਪਾਖੰਡ ਨਾ ਹੋਵੇ। ਫਿਰ ਧਰਮ ਦੇ ਲਈ ਸਭ ਤੋਂ ਪਹਿਲਾਂ ਧਰਮ ਦਾ ਮੂਲ ਮੁੱਢ ਕੀ ਹੈ? ਧਾਰਮਿਕ ਹੋਣ ਦਾ ਮਨੁੱਖ ਦੇ ਕੋਲੋਂ ਦਇਆ ਆਉਣੀ। ਦਇਆ ਦਾ ਭਾਵ ਕੀ ਹੈ ਕਿ ਪਰਮੇਸ਼ਰ ਇਹਨਾਂ ਸਾਰਿਆਂ ਦੇ ਉੱਪਰ ਦਇਆ ਕਰਦਾ। ਉਹਨੇ ਦਇਆ ਰੂਪ ਧਾਰਨ ਕੀਤੀ ਹੈ ਤਾਂ ਸਾਰਿਆਂ ਨੂੰ ਰਿਜ਼ਕ ਦਾਨ ਦੇ ਰਿਹਾ, ਤਾਂ ਆਤਮ ਦਾਨ ਦੇ ਰਿਹਾ, ਪ੍ਰਾਣਾ ਆਧਾਰ ਦੇ ਰਿਹਾ, ਸਾਰਾ ਕੁਝ। ਇਸ ਕਰਕੇ ਉਹ ਦਇਆ ਦਾ ਸੌਮਾ ਹੈ। ਅਤੇ ਜਿੰਨਾ ਚਿਰ ਮਨੁੱਖ ਦੇ ਆਪਣੇ ਅੰਦਰ ਦਇਆ ਨਹੀਂ ਪੈਦਾ ਹੁੰਦੀ, ਉਹ ਧਰਮ ਦਾ ਨਹੀਂ ਅਨੁਸਾਰੀ ਹੋ ਸਕਦਾ। ਫਿਰ ਦਇਆ ਤੋਂ ਅਗਲਾ ਗੁਣ ਹੈ ਖਿਮਾ, ਉਸ ਤੋਂ ਅਗਲਾ ਗੁਣ ਹੈ ਧੀਰਜ, ਉਸ ਤੋਂ ਅੱਗੇ ਹੈ ਸਹਿਣਸ਼ੀਲਤਾ, ਉਸ ਤੋਂ ਅੱਗੇ ਹੈ ਇੰਦਰੀਏ ਨਿਗ੍ਰਹਿ, ਉਸ ਤੋਂ ਅੱਗੇ ਵੈਰਾਗ, ਉਸ ਤੋਂ ਅੱਗੇ ਹੈ ਸੱਤਿ, ਉਸ ਤੋਂ ਅੱਗੇ ਵਿਵੇਕ, ਉਸ ਤੋਂ ਅੱਗੇ ਦਾਨ ਅਤੇ ਅੱਗੇ ਜਾ ਕੇ ਸੰਜਮ। ਇਹ 10 ਗੁਣ ਜਦੋਂ ਮਨੁੱਖ ਇਕੱਠੇ ਧਾਰਨ ਕਰਦਾ ਉਦੋਂ ਧਰਮ ਹੁੰਦਾ। ਮੱਧ ਭਗਵਤ ਗੀਤਾ ਦੇ ਵਿੱਚ ਧਰਮ ਦੇ 30 ਲੱਛਣ ਦੱਸੇ ਹਨ। 30 ਲੱਛਣਾਂ ਦਾ ਵਰਣਨ ਬੜਾ ਡੈਪਥ ਹੈ, ਮੈਂ ਆਪਦੇ ਸਨਮੁਖ 10 ਦਾ ਹੀ ਅਰਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਦਇਆ ਦਾ ਭਾਵ, ਦਇਆ ਦਾ ਗੁਣ ਕਿਉਂ ਜ਼ਰੂਰੀ ਹੈ? ਕਿਉਂਕਿ ਜਦੋਂ ਜਿਹੜੀ ਕ੍ਰੋਧ ਦੀ ਪ੍ਰਵਿਰਤੀ ਹੈ ਮਨੁੱਖ ਦੇ ਸਗਲ ਗੁਣਾਂ ਨੂੰ 1 ਸੈਕਿੰਡ ਦੇ ਵਿੱਚ ਨਾਸ਼ ਕਰਦੀ ਹੈ ਅਤੇ ਮਨੁੱਖ ਨੂੰ ਮਨੁੱਖ ਦੀ ਹੋਂਦ ਵਿੱਚ ਨਹੀਂ ਰਹਿਣ ਦੀ। ਅਸੀਂ ਗੁੱਸੇ ਵਿੱਚ ਆਏ ਬੰਦੇ ਨੂੰ ਹੈਵਾਨ ਕਹਿੰਦੇ ਹਾਂ, ਸ਼ੈਤਾਨ ਕਹਿੰਦੇ ਹਾਂ। ਇਸ ਕਰਕੇ ਦਇਆ ਦੀ ਪ੍ਰਵਿਰਤੀ ਜੀਵਨ ਦਾ ਸੁੱਖ ਮਾਣਨ ਦੇ ਲਈ ਸਹਾਇਕ ਹੁੰਦੀ ਹੈ।
ਜੀਵਨ ਦਾ ਆਤਮਿਕ ਆਨੰਦ ਮਾਣਨਾ ਦਇਆ ਕਰੋ। ਜਿਵੇਂ ਜੇ ਉਦਾਹਰਨ ਦੇ ਤੌਰ 'ਤੇ ਕਿਸੇ ਦੀਨ ਦੁਖੀ ਦੇ ਉੱਪਰ ਸਾਨੂੰ ਦਇਆ ਆਈ, ਉਹਦੀ ਕੁਝ ਯਥਾ ਸ਼ਕਤ ਅਸੀਂ ਮਦਦ ਕਰ ਦਿੱਤੀ, ਕੁਝ ਉਸ ਨੂੰ ਧਰਵਾਸ ਦੇ ਦਿੱਤਾ, ਉਹਦੇ ਦੇਣ ਦੇ ਨਾਲ ਸਾਨੂੰ ਆਪਣੀ ਹੋਂਦ ਦੇ ਵਿੱਚ ਇੱਕ ਸਕੂਨ ਪੈਦਾ ਹੋਇਆ। ਅਤੇ ਇੰਝ ਜਦੋਂ ਸਾਡੇ ਉੱਪਰ ਅਸੀਂ ਦਇਆ ਦਾ ਗੁਣ ਕਿਉਂ ਧਾਰਨ ਕਰਨਾ ਹੈ? ਇਸ ਕਰਕੇ ਕਿ ਸਾਡੀ ਮਨੁੱਖ ਵਾਲੀ ਹੋਂਦ ਬਣੀ ਰਹੇ, ਅਸੀਂ ਕਿਸੇ ਦੂਜੇ ਰੂਪ ਦੇ ਵਿੱਚ ਕੈਦ ਨਾ ਹੋਈਏ। ਦਇਆ ਤੋਂ ਅੱਗੇ ਆਉਂਦਾ ਖਿਮਾ। ਜਗਤ ਦੇ ਵਿੱਚ ਵਿਚਰਦਿਆਂ ਜਦ ਦੂਜੇ ਮਨੁੱਖਾਂ ਦੇ ਨਾਲ ਸੰਪਰਕ ਵਿੱਚ ਆਵਾਂਗੇ, ਆਪ ਜੇ ਦਇਆ ਦੇ ਗੁਣ ਸਹਿਤ ਹਾਂ ਤਾਂ ਦੂਜੇ ਨਹੀਂ ਮਿਲਣਗੇ। ਉਹਨਾਂ ਦਾ ਜਦ ਅਣਉਚਿਤ ਕਰਮ ਸਾਡੇ ਨਾਲ ਜੁੜੇਗਾ ਅਤੇ ਉਹਨਾਂ ਦੇ ਕਰਮ ਨੂੰ ਬਖਸ਼ਣ ਦੇ ਲਈ ਸਾਡੇ ਕੋਲੋਂ ਖਿਮਾ ਦਾ ਸੁਭਾਅ ਹੋਣਾ ਚਾਹੀਦਾ। ਪਰ ਖਿਮਾ ਵੀ ਉਹ ਜਿਹੜੀ ਪੂਰੀ ਗੂੜ੍ਹੀ ਹੋਵੇ, ਕੇਵਲ ਮੌਖਿਕ ਖਿਮਾ ਨਾ ਹੋਵੇ। ਅੱਗੇ ਆ ਜਾਂਦਾ ਧੀਰਜ। ਧੀਰਜ ਦਾ ਭਾਵ ਇੱਥੇ ਉਹ ਨਹੀਂ ਕਿ ਹੌਸਲਾ ਜਿਹਾ ਬਣਾਈ ਰੱਖਣਾ। ਧੀਰਜ ਦਾ ਭਾਵ ਹੈ ਕਿ ਜੋ ਸਾਡਾ ਸ਼ੁੱਧ ਸਰੂਪ ਹੈ, ਜਿਵੇਂ ਸਾਡੇ ਜਨਮ ਸਮੇਂ ਕੋਈ ਵਿਕਾਰ ਨਹੀਂ ਸੀ, ਕੋਈ ਦਵੈਤ ਨਹੀਂ ਸੀ, ਇਸ ਚੀਜ਼ ਨੂੰ ਸਦਾ ਹੀ ਜੀਵਨ ਭਰ ਬਣਾ ਕੇ ਰੱਖਣਾ, ਇਹਨੂੰ ਧੀਰਜ ਕਹਿੰਦੇ ਹਨ। ਅੱਗੇ ਆਉਂਦਾ ਸਹਿਣਸ਼ੀਲਤਾ। ਸਹਿਣਸ਼ੀਲਤਾ ਦਾ ਭਾਵ ਕਿ ਜਿੰਨੇ ਵੀ ਮਾਇਆ ਦੇ ਪ੍ਰਭਾਵ ਹਨ ਉਹ ਮਨ 'ਤੇ ਤਾਂ ਪੈਣੇ ਹੀ ਪੈਣੇ ਨੇ, ਉਹ ਬੁੱਧੀ 'ਤੇ ਵੀ ਪੈਣੇ ਨੇ, ਪਰ ਉਹਨਾਂ ਦੇ ਪੈਣ ਦੇ ਬਾਵਜੂਦ ਵੀ ਆਪਣੇ ਆਪ ਦੀ ਸੰਭਾਲ ਕਰਦੇ ਰਹਿਣਾ। ਜਿਵੇਂ ਸਾਨੂੰ ਕੋਈ ਗੁੱਸੇ ਭਰਿਆ ਵਾਕ ਆਖਦਾ, ਅਸੀਂ ਜਰ ਜਾਂਦੇ ਹਾਂ, ਤਾਂ ਇੰਜੇ ਤਰ੍ਹਾਂ ਹੀ ਮਾਇਆ ਦੇ ਸਾਰੇ ਪ੍ਰਭਾਵ ਜਿਹੜੇ ਸਾਡੇ ਨੇਤਰਾਂ 'ਤੇ ਕੰਨਾਂ 'ਤੇ ਪੈਣੇ, ਇਹਨਾਂ ਸਾਰਿਆਂ ਨੂੰ ਜਰ ਲੈਣਾ ਸਹਿਣਸ਼ੀਲਤਾ। ਅੱਗੇ ਆਉਂਦਾ ਸੱਤਿਆ। ਸੱਤਿਆ ਦਾ ਭਾਵ ਕਿ ਆਪਣਾ ਆਚਰਣ ਸ਼ੁੱਧ ਰੱਖਣਾ। ਆਚਰਣ ਦਾ ਭਾਵ ਕਿ ਮਨ ਨੂੰ ਫੁਰਨਿਆਂ ਤੋਂ ਬਿਲਕੁਲ ਰਹਿਤ ਰੱਖਣਾ। ਅੱਗੇ ਵੈਰਾਗ ਦਾ ਭਾਵ ਕਿ ਪਦਾਰਥਾਂ ਦਾ ਮੋਹ ਨਾ ਪੈਦਾ ਹੋਣ ਦੇਣਾ, ਸੰਬੰਧਾਂ ਦਾ ਆਕਰਸ਼ਣ ਨਾ ਪੈਦਾ ਹੋਣ ਦੇਣਾ, ਜੀਵਨ ਦੇ ਵਿੱਚ ਤ੍ਰਿਸ਼ਨਾ ਨੂੰ ਨਾ ਉਪਜਣ ਦੇਣਾ। ਇਹਨੂੰ ਇੰਦਰੀਏ ਨਿਗ੍ਰਹਿ ਕਹਿੰਦੇ ਹਨ, ਵੈਰਾਗ ਆਖਦੇ ਹਨ। ਅਤੇ ਅੱਗੇ ਜਾ ਕੇ ਆਉਂਦਾ ਦਾਨ। ਦਾਨ ਦਾ ਵੀ ਧਰਮ ਦੇ ਵਿੱਚ ਬੜਾ ਉੱਤਮ ਭਾਵ ਹੈ ਕਿ ਸ਼ੁਭ ਗੁਣਾਂ ਨੂੰ ਪ੍ਰਵਿਰਤ ਕਰ। ਸ਼ੁਭ ਗੁਣਾਂ ਨੂੰ ਪ੍ਰਵਿਰਤ ਕਰਨ ਦਾ ਮਤਲਬ ਕਿ ਜੇ ਗਿਆਨ ਦਾ ਧਨ ਤੇਰੇ ਕੋਲ ਹੈ ਅਤੇ ਉਹਨੂੰ ਦੂਜੇ ਤੱਕ ਜ਼ਰੂਰ ਪਹੁੰਚਾ, ਇਹ ਉੱਤਮ ਦਾਨ। ਤਾਂ ਅੱਗੇ ਆਉਂਦਾ ਸੰਜਮ। ਇਸ ਸਾਰੇ ਨੂੰ ਆਪਣੇ ਸੰਜਮ ਦੇ ਵਿੱਚ ਰੱਖ ਕੇ ਇੱਕ ਦਾਇਰੇ ਦੇ ਵਿੱਚ ਸੰਭਾਲ, ਤਾਂ ਤੇਰੇ ਧਰਮੀ ਹੋਣ ਦੀ ਸਾਧਨਾ ਪੂਰੀ ਹੋਏਗੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਹਾਂ ਗਿਆਨ, ਜਿਹਦੇ ਕੋਲ ਦਇਆ ਨੂੰ, ਪੱਖ ਨੂੰ ਬੁੱਝਣ ਦਾ, ਸੰਜਮ ਨੂੰ, ਵੈਰਾਗ ਨੂੰ। ਹੁਣ ਇਹ 10 ਗੁਣ ਇੱਕੋ ਵੇਲੇ ਧਾਰਨ ਕਰਨੇ ਪੈਂਦੇ। ਤਾਂ ਮੈਂ ਇੱਕ ਸੰਖੇਪ ਆਪਦੇ ਸਨਮੁਖ ਰੱਖਿਆ, ਇਹਦਾ ਬਹੁਤ ਡੂੰਘਾ ਵਿਸਥਾਰ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਤਹ ਧਰਮ ਹੈ। ਹੁਣ ਜੇ ਇਹ 10 ਗੁਣ ਕਿਸ ਵੀ ਬੰਦੇ ਵਿੱਚ ਹੋਣ, ਉਹ ਇਸ 10 ਗੁਣਾਂ ਨੂੰ ਧਾਰਨ ਕਰਕੇ ਇਹਦਾ ਵਿਵਹਾਰ ਸਮਾਜ ਵਿੱਚ ਕਰੇ, ਫਿਰ ਪਤਾ ਲੱਗੇ ਕਿ ਧਰਮ ਕਿੱਡੀ ਵੱਡੀ ਚੀਜ਼ ਹੈ। ਨਹੀਂ ਤਾਂ ਅੱਜ ਹਰੇਕ ਬੰਦੇ ਕੋਲ ਵਾਕ ਹੈ ਜੀ, ਧਰਮ ਪਖੰਡ ਹੁੰਦਾ ਹੈ, ਧਰਮ ਪਤਾ ਨਹੀਂ ਕੀ ਹੁੰਦਾ ਹੈ। ਕਿਉਂਕਿ ਗਿਆਨ ਲੁਪਤ ਹੋਈ ਜਾ ਰਿਹਾ ਹੌਲੀ ਹੌਲੀ ਚੀਜ਼ਾਂ ਦੇ ਵਿੱਚੋਂ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਹਾਂ ਗਿਆਨ ਤਹ ਧਰਮ ਹੈ। ਜਿੱਥੇ ਗਿਆਨ, ਤਾਂ ਕਰਕੇ ਗੁਰਬਾਣੀ 'ਚ ਨਾ ਇੱਕ ਵਾਕ ਆਉਂਦਾ, ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਦਿਵਾਲੀ ਦਾ ਤਿਉਹਾਰ ਆਉਣਾ, ਸਾਰਿਆਂ ਨੇ ਦੀਪਕ ਬਾਲਣੇ ਨੇ। ਸਾਨੂੰ ਵੀ ਗੁਰੂ ਸਾਹਿਬ ਜੀ ਦੀਪਕ ਬਾਲਣ ਲਈ ਆਖਦੇ ਨੇ। ਕਿਹੋ ਜਿਹਾ? ਪੋਥੀ ਪੁਰਾਣ ਕਮਾਈਐ। ਜਿਹੜਾ ਗੁਰੂ ਸ਼ਬਦ ਦਾ ਉਪਦੇਸ਼ ਹੈ, ਇਹਨੂੰ ਪਹਿਲਾਂ ਤੇਲ ਵਾਂਗ ਇਕੱਠਾ ਕਰ। ਜਿਵੇਂ ਤੇਲ ਇਕੱਠਾ ਕਰਨਾ ਹੋਵੇ ਤਾਂ ਕਰੋੜਾਂ ਦਾਣੇ ਸਰੋਂ ਦੇ ਇਕੱਠੇ ਕਰਨੇ ਪੈਂਦੇ ਨੇ, ਪੀੜਨਾ ਪੈਂਦਾ। ਰੋਜ਼ਾਨਾ ਗੁਰੂ ਸ਼ਬਦ ਦੇ ਉਪਦੇਸ਼ਾਂ ਨੂੰ ਬੜੀ ਗਹਿਰਾਈ ਦੇ ਨਾਲ ਸੁਣ ਕੇ ਆਪਣੀ ਮਤ ਬੁੱਧ ਯਾਦਾਸ਼ਤ ਅੰਦਰ ਵਸਾ। ਭਉ ਵੱਟੀ ਇਤ ਤਨ ਪਾਈਐ। ਫਿਰ ਪ੍ਰੇਮ ਧਾਰਨ ਕਰਕੇ ਕਿ ਜਿਹੜੇ ਇਹ ਉਪਦੇਸ਼, ਜਦੋਂ ਮੈਂ ਇਹਨਾਂ ਦਾ ਅਮਲ ਧਾਰਨ ਕਰਾਂਗਾ ਤਾਂ ਮੇਰਾ ਜੀਵਨ ਬੜਾ ਉੱਚਾ ਸੁੱਚਾ ਹੋ ਜਾਏਗਾ। ਫਿਰ ਇਹਨਾਂ ਦੀ ਵੱਟੀ ਬਣਾ। ਵੱਟੀ ਦਾ ਭਾਵ ਕਿ ਇਹਨਾਂ ਸਾਰਿਆਂ ਦੀ ਇੱਕ ਲੜੀ ਬਣਾ ਲੈ ਕਿ ਉੱਠਣਾ ਕਿਵੇਂ ਹੈ, ਬੈਠਣਾ ਕਿਵੇਂ ਹੈ, ਬੋਲਣਾ ਕਿਵੇਂ ਹੈ, ਮਹਿਸੂਸ ਕੀ ਕਰਨਾ ਹੈ। ਇਸ ਸਾਰੇ ਨੂੰ ਵੱਟੀ ਬਣਾ ਲੈ। ਸੱਚ ਬੂਝਣ ਆਣ ਜਲਾਈ ਹੈ। ਅਤੇ ਗੁਰੂ ਸ਼ਬਦ ਦਾ ਭੇਦ ਬੁੱਝਣ ਲਈ ਇਹਨਾਂ ਨੂੰ ਕਰਮ ਕਰ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਜਦੋਂ ਇਸ ਤਰ੍ਹਾਂ ਦਾ ਦੀਪਕ ਬਲੇਗਾ, ਫਿਰ ਜੀਵਨ ਦੇ ਵਿੱਚ ਚਾਨਣ ਹੋਏਗਾ। ਅਤੇ ਜਿਹੜਾ ਯੋਗ ਦਰਸ਼ਨ ਹੈ, ਉਹਦੇ ਵਿੱਚ ਪਤੰਜਲ ਰਿਸ਼ੀ ਨੇ ਗਿਆਨ ਨੂੰ ਪ੍ਰਕਾਸ਼ ਆਖਿਆ। ਗੁਰੂ ਸਾਹਿਬ ਜੀ ਵੀ ਆਖਦੇ ਨੇ, ਸਤਿਗੁਰ ਸ਼ਬਦ ਉਜਾਰੋ, ਦੀਪਾ ਬਿਨ ਸਿਉ ਅੰਧਕਾਰ, ਤੈ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਕਿ ਜਦੋਂ ਗਿਆਨ ਦਾ ਪ੍ਰਕਾਸ਼, ਉਦੋਂ ਸਾਰਾ ਕੁਝ ਰੌਸ਼ਨ ਨਜ਼ਰ ਆਉਂਦਾ ਹੈ ਅਤੇ ਰੌਸ਼ਨ ਦੇ ਵਿੱਚੋਂ ਹੀ ਮਨੁੱਖ ਚਿਣ ਸਕਦਾ ਹੈ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਜਹਾਂ ਗਿਆਨ ਤਹ ਧਰਮ ਹੈ। ਮੈਂ 4 ਨੁਕਤੇ ਆਪਦੇ ਸਨਮੁਖ ਪੰਕਤੀ ਦੇ ਤਹਿਤ ਦਰਜ ਕੀਤੇ ਨੇ ਕਿ ਸਭ ਤੋਂ ਪਹਿਲਾਂ ਅਕਾਲ ਪੁਰਖ ਦੇ ਸੰਬੰਧੀ ਗਿਆਨ ਹੋਵੇ ਅਤੇ ਫਿਰ ਉਹਦੀ ਹਸਤੀ ਮਹਿਸੂਸ ਹੁੰਦੀ ਹੈ। ਫਿਰ ਮਨੁੱਖ ਨੂੰ ਆਪਣੇ ਜੀਵਨ ਦੀ ਦੁਰਲੱਭਤਾ ਦਾ ਗਿਆਨ ਹੋਵੇ। ਫਿਰ ਮਨੁੱਖ ਨੂੰ ਆਪਣੇ ਮਨ ਦਾ ਦੀਰਘ ਗਿਆਨ ਹੋਵੇ। ਅਤੇ ਫਿਰ ਅੱਗੇ ਜਾ ਕੇ ਧਰਮੀ ਕਿਵੇਂ ਹੋਣਾ, ਇਹਦਾ ਗਿਆਨ ਹੋਵੇ। ਫਿਰ ਧਰਤੀ 'ਤੇ ਧਰਮ ਦਾ ਸੰਤੁਲਨ ਬਣਦਾ ਹੈ। ਇਹ ਕੇਵਲ
ਅੱਧੀ ਪੰਕਤੀ ਦੀ ਵਿਆਖਿਆ 4 ਦਿਨਾਂ ਦੇ ਵਿੱਚ ਇਸ ਸ਼ਲੋਕ ਦੀ ਵਿਆਖਿਆ ਪੂਰੀ ਹੋਵੇਗੀ। ਆਪ ਜੀ ਨੇ ਇਸੇ ਪ੍ਰਕਾਰ ਜੁੜੇ ਰਹਿਣਾ, ਕਿਉਂਕਿ ਅੱਗੇ ਜ਼ਿਕਰ ਹੈ ਜਹਾਂ ਝੂਠ ਤਹਿ ਪਾਪ। ਆਪਣੇ ਵੱਲੋਂ ਯਤਨ ਰਹੇਗਾ 4 ਦਿਨ ਦਾ ਘੱਟ ਹੋ ਜਾਣ, ਵਧੀਕ ਹੋ ਜਾਣ, ਇਹ ਗੁਰੂ ਕਿਰਪਾ ਹੈ। ਆਪ ਜੀ ਨੇ ਇਸੇ ਪ੍ਰਕਾਰ ਜੁੜੇ ਰਹਿਣਾ ਤੇ ਸ਼ਲੋਕ ਦੇ ਪੂਰੇ ਭਾਵ ਨੂੰ ਸ਼ਰਵਣ ਕਰਨਾ ਜੀ। ਪਾਵਨ ਸ਼ਬਦ ਵਿਚਾਰ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।